ਹੋਪ ਗਲੋਬਲ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਗੁਰਵੇਲ ਸਿੰਘ ਵੱਲੋਂ ਪ੍ਰੋਗਰਾਮ ਗੁਰਮਤਿ ਵਿਚਾਰ ਵਿੱਚ ਨਿੱਘਾ ਸਵਾਗਤ। ਸਾਧ ਸੰਗਤ ਜੀ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਿੱਖ ਪੰਥ ਦੀ ਸੇਵਾ ਕਰਨ ਵਾਲੇ ਵੱਖ-ਵੱਖ ਗੁਰੂ ਪਿਆਰੇ ਸੇਵਕਾਂ ਨੂੰ ਆਪ ਜੀ ਦੇ ਰੂਬਰੂ ਕਰਦੇ ਰਹਿੰਦੇ ਹਾਂ ਤੇ ਉਹਨਾਂ ਦੇ ਨਾਲ ਅਸੀਂ ਕਰਦੇ ਹਾਂ ਗੁਰਮਤਿ ਵਿਚਾਰਾਂ ਦੀ ਸਾਂਝ। ਗੁਰਬਾਣੀ ਦਾ ਮਾਂ ਵਾਕ ਹੈ, ਸੇਵਕ ਕੋ ਸੇਵਾ ਬਣ ਆਈ, ਹੁਕਮ ਬੂਝ ਪਰਮ ਪਦ ਪਾਈ। ਤੇ ਸਾਡੇ ਗੁਰੂ ਘਰਾਂ ਦੀ ਸੇਵਾ ਕਰਨ ਵਾਲੇ ਬਹੁਤ ਸਾਰੇ ਗੁਰੂ ਪਿਆਰੇ ਸੇਵਕ ਜਿਨ੍ਹਾਂ ਤੋਂ ਸਤਿਗੁਰੂ ਜੀ ਆਪਣੀ ਸੇਵਾ ਲੈ ਰਹੇ ਨੇ, ਉਹ ਅੱਜ ਮੌਜੂਦ ਹੈ। ਤੇ ਅਜਿਹੇ ਹੀ ਇੱਕ ਸੇਵਕਾਂ ਦੇ ਵਿੱਚੋਂ ਅੱਜ ਮੈਂ ਆਪ ਜੀ ਨੂੰ ਮਿਲਾ ਰਿਹਾ ਹਾਂ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਰਿਸ਼ੀਕੇਸ਼ ਦੇ ਮੈਨੇਜਰ ਸਾਹਿਬ ਸਰਦਾਰ ਦਰਸ਼ਨ ਸਿੰਘ ਜੀ ਦੇ ਨਾਲ। ਔਰ ਸਰਦਾਰ ਦਰਸ਼ਨ ਸਿੰਘ ਜੀ ਤੋਂ ਅੱਜ ਅਸੀਂ ਜਾਣਨਾ ਹੈ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਬਾਰੇ 'ਚ, ਇਸ ਗੁਰੂ ਘਰ ਵੱਲੋਂ ਹੁੰਦੀਆਂ ਸੇਵਾਵਾਂ ਦੇ ਬਾਰੇ 'ਚ ਕਿ ਕਿਸ ਤਰ੍ਹਾਂ ਇਹ ਗੁਰੂ ਘਰ ਸਿੱਖ ਪੰਥ ਲਈ ਆਪਣੀ ਸੇਵਾ ਕਰ ਰਿਹਾ ਹੈ, ਜਿਸ ਦੇ ਵਿੱਚ ਦਿਨ ਰਾਤ ਅਸੀਂ ਦੇਖਦੇ ਹਾਂ ਕਿ ਮੈਨੇਜਰ ਸਰਦਾਰ ਦਰਸ਼ਨ ਸਿੰਘ ਜੀ ਇਸ ਸੇਵਾ ਨੂੰ ਸਮਰਪਿਤ ਹੋਏ ਆ। ਤੇ ਆਓ ਸਭ ਤੋਂ ਪਹਿਲਾਂ ਕਰੀਏ ਆਪਾਂ ਗੁਰੂ ਫਤਿਹ ਦੀ ਸਾਂਝ ਵੀਰ ਦਰਸ਼ਨ ਸਿੰਘ ਜੀ ਨਾਲ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੇ ਤਾਂ ਵੀਰ ਜੀ ਮੇਰਾ ਸਵਾਲ ਇਹੀ ਰਹੇਗਾ ਕਿ ਸਤਿਗੁਰਾਂ ਨੇ ਹਜ਼ਾਰਾਂ ਦੇ ਵਿੱਚੋਂ ਤੁਹਾਨੂੰ ਇਸ ਸੇਵਾ ਲਈ ਚੁਣਿਆ, ਕਿਉਂਕਿ ਸਤਿਗੁਰੂ ਜਿਸ 'ਤੇ ਮਿਹਰ ਕਰਨ ਉਹ ਹੀ ਗੁਰੂ ਦੀ ਸੇਵਾ ਕਰ ਸਕਦਾ ਹੈ, ਆਮ ਬੰਦਾ ਨਹੀਂ। ਔਰ ਲੰਬੇ ਸਮੇਂ ਤੋਂ ਤੁਸੀਂ ਇਹ ਸੇਵਾ ਨਿਭਾ ਰਹੇ ਹੋ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਰਿਸ਼ੀਕੇਸ਼ ਵਿਖੇ। ਸਭ ਤੋਂ ਪਹਿਲੇ ਤਾਂ ਤੁਸੀਂ ਇਸ ਸੇਵਾ ਨੂੰ ਮਿਲਣ ਲਈ ਸਤਿਗੁਰਾਂ ਦਾ ਸ਼ੁਕਰਾਨਾ ਕਿਵੇਂ ਕਰਦੇ? ਦਰਸ਼ਨ ਸਿੰਘ ਇੱਕ ਆਮ ਸਧਾਰਨ ਵਿਅਕਤੀ ਹੈ ਜਿਸ ਦੇ ਪੱਲੇ ਕੁਛ ਵੀ ਨਹੀਂ। ਜੇ ਮੈਂ ਤਾਂ ਇਹ ਕਹਾਂਗਾ, ਇਹ ਅਕਾਲ ਪੁਰਖ ਦੀ ਦਸਮ ਪਿਤਾ ਦੀ ਐਸੀ ਕਿਰਪਾ ਬਰਸੀ ਹੈ ਦਰਸ਼ਨ ਸਿੰਘ ਦੇ ਉੱਤੇ ਕਿ ਜੋ ਦਰਸ਼ਨ ਸਿੰਘ ਦੇ ਵੱਲੋਂ ਤਾਂ ਬਿਆਨੋਂ ਬਾਹਰੀ ਹੈ। ਹਾਂ, ਇੱਕ ਜ਼ਰੂਰ ਮੈਂ ਕਹਾਂਗਾ ਕਿ ਗੁਰੂ ਚਰਨਾਂ ਦੇ ਵਿੱਚ ਅਸੀਂ ਇੱਕ ਚਿੱਤ ਹੋ ਕੇ ਅਰਦਾਸ ਕਰੀਏ, ਸਮਰਪਿਤ ਹੋ ਕੇ ਅਰਦਾਸ ਕਰੀਏ। ਗੁਰੂ ਨੇੜੇ ਹੋ ਕੇ ਸੁਣਦਾ ਹੈ, ਪ੍ਰਵਾਨ ਵੀ ਕਰਦਾ ਹੈ। ਇਹ ਦਰਸ਼ਨ ਸਿੰਘ ਦੇ ਨਾਲ ਵੀ ਇਸ ਤਰ੍ਹਾਂ ਦੀ ਹੀ ਗੱਲ ਵਾਪਰੀ ਹੈ ਕਿ ਅਸੀਂ ਹੇਮਕੁੰਟ ਸਾਹਿਬ ਯਾਤਰਾ 'ਤੇ ਗਏ ਸੀ। ਉੱਥੇ ਮਨ ਵਿੱਚ ਇਹ ਭਾਵਨਾ ਉੱਠੀ ਕਿ ਅਗਲੇ ਸਾਲ ਨੂੰ ਓਪਨਿੰਗ ਡੇ ਦੇ ਉੱਤੇ, ਜਿਸ ਦਿਨ ਯਾਤਰਾ ਸ਼ੁਰੂ ਹੁੰਦੀ ਹੈ, ਪਹਿਲੇ ਦਿਨ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਉੱਪਰ ਦਰਬਾਰ ਹਾਲ ਦੇ ਵਿੱਚ, ਵੀ ਉਸ ਦਿਨ ਦੇ ਦਰਸ਼ਨ ਹੋਣ। ਉੱਥੇ ਵਾਕਈ ਗੁਰੂ ਦੇ ਚਰਨਾਂ ਵਿੱਚ ਡਿੱਗ ਕੇ ਇੱਕ ਅਰਦਾਸ ਕੀਤੀ ਸੀ, ਜਿਹੜੀ ਕਿ ਥਾਂ ਪਈ ਤੇ ਗੁਰੂ ਨੇ ਪ੍ਰਵਾਨ ਕਰਦਿਆਂ ਹੋਇਆ ਅਗਲੇ ਸਾਲ ਐਸਾ ਭੰਡਾਰ ਖੋਲ੍ਹਿਆ ਕਿ ਉੱਥੇ ਸ਼੍ਰੀ ਹੇਮਕੁੰਟ ਸਾਹਿਬ ਯਾਤਰਾ ਕਾਲ ਦੀ ਸੇਵਾ ਬਖਸ਼ੀ। ਮੈਂ ਗੁਰੂ ਚਰਨਾਂ ਵਿੱਚ ਨਮਨ ਕਰਦਾ ਹਾਂ ਕਿ ਉਸ ਨਾਂ ਨੇ ਇਹ ਦਰਸ਼ਨ ਸਿੰਘ ਦੀ ਅਰਦਾਸ ਨੂੰ ਪ੍ਰਵਾਨਿਆ ਤੇ ਫਿਰ ਐਸੀ ਕਿਰਪਾ ਬਰਸੀ ਕਿ ਟਰੱਸਟ ਦੇ ਵਿੱਚ ਸੇਵਾ ਕਰਦਿਆਂ ਕਾਫੀ ਸਾਲ ਗੁਜ਼ਰ ਗਏ ਹਨ। ਗੁਰੂ ਸੇਵਾ ਲੈ ਰਿਹਾ ਹੈ, ਉਸ ਦੀ ਕਿਰਪਾ ਹੈ। ਬਿਲਕੁਲ ਵੀਰ ਜੀ, ਤੁਸੀਂ ਜਿਸ ਤਰ੍ਹਾਂ ਦੱਸਿਆ ਸਾਸੰਗ ਜੀ, ਅਸੀਂ ਪੁੱਛਿਆ ਕਿਉਂਕਿ ਜਿਸ 'ਤੇ ਗੁਰੂ ਕਿਰਪਾ ਕਰਦੇ ਉਹਦਾ ਰੋਮ ਰੋਮ ਸਤਿਗੁਰਾਂ ਦਾ ਧੰਨਵਾਦੀ ਹੋ ਜਾਂਦਾ ਹੈ। ਔਰ ਜੋ ਸੱਚਾ ਹਿਰਦਾ ਹੈ, ਸੱਚੇ ਹਿਰਦੇ ਦੀਆਂ ਭਾਵਨਾਵਾਂ ਬਾਹਰ ਆਉਂਦੀਆਂ, ਕਿਉਂਕਿ ਵੈਰਾਗ ਦੀ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਸਨ। ਜੋ ਉਹਨਾਂ ਨੇ ਜੋ ਵੈਰਾਗ ਦਿੱਤਾ ਸੀ, ਜੋ ਉਹਨਾਂ ਨੇ ਪ੍ਰਭੂ ਭਗਤੀ ਦੇ ਵਾਸਤੇ ਲਾਇਆ ਸੀ, ਸੇਵਾ ਦੇ ਵਿੱਚ ਲੱਗੇ, ਉਹ ਸਾਰੀਆਂ ਬਖਸ਼ਾਂ ਅੱਗੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਗੁਰ ਅਸਥਾਨਾਂ 'ਤੇ ਵੀਰ ਜੀ ਹੁਣੇ ਕਰ ਰਹੇ। ਅਤੇ ਵੀਰ ਜੀ ਹੁਣ ਅਸੀਂ ਇਸ ਤੋਂ ਅੱਗੇ ਆਉਂਦੇ ਹਾਂ ਮੈਨੇਜਮੈਂਟ ਸਿਸਟਮ ਜੋ ਚੱਲਦਾ ਹੈ। ਸਭ ਤੋਂ ਪਹਿਲੇ ਤਾਂ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਸਰਚ ਤੋਂ ਅਸੀਂ ਗੱਲ ਸ਼ੁਰੂ ਕਰੀਏ, ਇਤਿਹਾਸ ਤੋਂ, ਕਿਉਂਕਿ ਇੱਥੇ ਦੋ ਚੀਜ਼ਾਂ ਸਾਹਮਣੇ ਆਉਂਦੀਆਂ ਨੇ। ਇੱਕ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਜੋ ਪਹਾੜਾਂ ਦੇ ਵਿੱਚ ਹੈ, ਜੋਸ਼ੀਮਠ ਤੋਂ ਅੱਗੇ। ਦੂਸਰਾ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਟਰੱਸਟ ਮੈਨੇਜਮੈਂਟ ਜੋ ਟਰੱਸਟ ਰਿਸ਼ੀਕੇਸ਼ ਵਿੱਚ ਹੈ। ਇਹ ਦੋ ਗੁਰਦੁਆਰਾ ਸਾਹਿਬ ਹੋਂਦ ਵਿੱਚ ਕਿਸ ਤਰ੍ਹਾਂ ਆਏ? ਇਹਨਾਂ ਦੋਨਾਂ ਗੁਰਦੁਆਰੇ ਸਾਹਿਬਾਂ ਦੀ ਪਹਿਲੇ ਤਾਂ ਤੁਸੀਂ ਇਹ ਦੱਸੋ, ਕਿਉਂਕਿ ਸੰਗਤ ਨੂੰ ਐਵੇਂ ਵੀ ਕਈ ਵਾਰ ਭੁਲੇਖਾ ਪੈਂਦਾ ਕਿ ਸ਼ਾਇਦ ਦੋ ਹੇਮਕੁੰਟ ਕਿਵੇਂ ਹੋ ਗਏ, ਇੱਕ ਉੱਪਰ ਇੱਕ ਹੇਠਾਂ। ਇਹ ਸਾਰੀ ਚੀਜ਼ ਜਿਹੜੀ ਹੈ ਉਹ ਸੰਗਤਾਂ ਨਾਲ ਸਿਲਸਿਲੇਵਾਰ ਤੁਸੀਂ ਸ਼ੇਅਰ ਕਰੋ। ਸਾਧ ਸੰਗਤ ਜੀਓ, ਅਸਲ ਵਿੱਚ ਪ੍ਰਮੁੱਖ ਸਥਾਨ ਸ਼੍ਰੀ ਹੇਮਕੁੰਟ ਸਾਹਿਬ ਹੀ ਹੈ, ਜਿੱਥੇ ਦਸਮ ਪਾਤਸ਼ਾਹ ਨੇ ਆਪਣੇ ਪੂਰਬਲੇ ਜਨਮ ਦੇ ਵਿੱਚ
ਅਜਿਹੀ ਤਪ ਸਾਧਨਾ ਕੀਤੀ ਕਿ ਅਕਾਲ ਪੁਰਖ ਤੇ ਉਹ ਪਾਵਨ ਰੂਹ ਇੱਕ ਹੋ ਗਏ, ਇੱਕਮਿਕ ਹੋ ਗਏ। ਉੱਥੋਂ ਤੋਂ ਦਸਮ ਪਾਤਸ਼ਾਹ ਜੀ ਨੇ ਬਚਿੱਤਰ ਨਾਟਕ ਦੇ ਵਿੱਚ ਆਪ ਇਸ ਗੱਲ ਦਾ ਵਰਣਨ ਕੀਤਾ ਹੈ। अब मैं अपनी कथा बखानूं, तप साधत जेह बिद मुहे आनूं। हेमकुंट पर्वत है जहाँ, सप्त श्रृंग शोभित है तहाँ। तह हम अधिक तपस्या साधी, महाकाल कालिका आराधी। एह बिद करत तपस्या भयो, द्वैते एक रूप होए गए। उत्थे वो पावन स्थान है जिथे दसम पातशाह जी ने अपने पूर्वले जन्म ਦੇ ਵਿੱਚ ਤਪ ਸਾਧਨਾ ਕਰ ਦਿੱਤੀ ਤੇ ਅਕਾਲ ਪੁਰਖ ਵੱਲੋਂ ਉਹਨਾਂ ਨੂੰ ਹੁਕਮ ਹੋਇਆ ਕਿ ਉਪਦਰਵ ਜੋ ਸੰਸਾਰ ਦੇ ਵਿੱਚ ਹੋ ਰਿਹਾ ਹੈ, ਜੋ ਅਧਰਮ ਵਿਆਪ ਰਿਹਾ ਹੈ, ਉਸ ਨੂੰ ਦੂਰ ਕਰੋ। ਉੱਥੇ ਜਾ ਕੇ ਨਵਾਂ ਧਰਮ ਚਲਾ ਕੇ ਜਿਹੜੇ ਅਧਰਮੀ ਲੋਕਾਂ ਨੂੰ ਧਰਮ ਦੇ ਰਸਤੇ 'ਤੇ ਪਾਓ ਤਾਂ ਕਿ ਜਨ ਕਲਿਆਣ ਹੋਵੇ ਤੇ ਜੋ ਲੋਕਾਈ ਬੁੱਧ ਦੇ ਵਿੱਚ ਫਸੀ ਹੋਈ ਹੈ ਉਹ ਬੁੱਧ ਵਿੱਚ ਆਵੇ ਤੇ ਸਿੱਧੇ ਰਾਹ ਪਵੇ। ਤੇ ਦਸਮ ਪਾਤਸ਼ਾਹ ਜੀ ਦਾ ਫਿਰ ਅਵਤਾਰ ਹੁੰਦਾ ਹੈ। ਉਹਦੇ ਬਾਰੇ ਵੀ ਗੁਰੂ ਸਾਹਿਬਾਨ ਨੇ ਜ਼ਿਕਰ ਕੀਤਾ ਹੈ। ਮੁੱਖ ਸਥਾਨ ਤਾਂ ਸ਼੍ਰੀ ਹੇਮਕੁੰਟ ਸਾਹਿਬ ਜੀ ਹੈ, ਜੋ ਹਿਮਾਲਿਆ ਦੀ ਗੋਦ ਦੇ ਵਿੱਚ ਬਹੁਤ 15,200 ਫੁੱਟ ਉੱਚੀ ਸਥਾਨ 'ਤੇ ਸੁਭਾਏਮਾਨ ਹੈ। ਔਰ ਉੱਥੇ ਜਿਵੇਂ ਇਸ ਨਾਮ ਤੋਂ ਹੀ ਪ੍ਰਗਟ ਹੋ ਜਾਂਦਾ ਹੈ ਕਿ ਹੇਮਕੁੰਟ ਪਰਬਤ, ਹੇਮਕੁੰਟ ਜੋ ਹੈ ਬਰਫ਼ ਦਾ ਸਰੋਵਰ ਹੈ ਉਹ, ਜਿੱਥੇ ਦਸਮ ਪਾਤਸ਼ਾਹ ਜੀ ਨੇ ਤਪ ਸਾਧਨਾ ਕੀਤੀ। ਔਰ ਇਹ ਸਥਾਨ ਪਹਿਲਾਂ ਤਾਂ ਅਲੋਪ ਹੀ ਰਿਹਾ, ਇਹ ਕਿਸੇ ਦੇ ਧਿਆਨ ਵਿੱਚ ਹੀ ਨਹੀਂ ਆਇਆ। ਫਿਰ ਜਦੋਂ ਬਚਿੱਤਰ ਨਾਟਕ ਦੇ ਨੂੰ ਪੜ੍ਹਿਆ ਗਿਆ, ਇਸ ਨੂੰ ਸਮਝਿਆ ਗਿਆ, ਇਹਦੇ ਬਾਰੇ ਮਨ ਦੇ ਵਿੱਚ ਕਸ਼ਿਸ਼ ਹੋਈ, ਜੋ ਡੈਡੀਕੇਟਡ ਰੂਹਾਂ ਤੇ ਉਹਨਾਂ ਦੇ ਨੇ ਇਸ ਸਥਾਨ ਪਾਵਨ ਸਥਾਨ ਦੀ ਤਲਾਸ਼ ਸ਼ੁਰੂ ਕੀਤੀ। ਔਰ ਇਹਦੇ ਵਿੱਚ ਬਾਬਾ ਮੋਦਨ ਸਿੰਘ ਜੀ, ਸੰਤ ਸੋਹਣ ਸਿੰਘ ਜੀ, ਇਹਨਾਂ ਦਾ ਨਾਮ ਮੁੱਖ ਤੌਰ 'ਤੇ ਪਿੱਛੇ ਅਸੀਂ ਕਰ ਹੀ ਨਹੀਂ ਸਕਦੇ, ਕਿਉਂਕਿ ਇਹ ਉਹਨਾਂ ਦੇ ਵੱਲੋਂ ਕੀਤੇ ਯਤਨਾਂ ਸਦਕਾ ਔਰ ਗੁਰੂ ਨੇ ਉਹਨਾਂ ਦੇ ਪਾਸੋਂ ਇਹ ਸੇਵਾ ਲਈ ਕਿ ਇਹ ਸਥਾਨ ਪ੍ਰਗਟ ਹੋਇਆ। ਉਹਨਾਂ ਨੇ ਜਾ ਕੇ ਤਲਾਸ਼ ਕੀਤਾ। ਵੀਰ ਜੀ, ਇਸ ਤਰ੍ਹਾਂ ਇਹ ਸਥਾਨ ਪ੍ਰਗਟ ਹੋ ਗਿਆ, ਪਰੰਤੂ ਬਾਬਾ ਮੋਦਨ ਸਿੰਘ ਜੀ ਹੋਰਾਂ ਨੇ, ਬਾਬਾ ਸੋਹਣ ਸਿੰਘ ਜੀ ਹੋਰਾਂ ਨੇ ਉਸ ਜਗ੍ਹਾ 'ਤੇ ਕੀ ਕੰਸਟਰਕਸ਼ਨ ਕਰਵਾਈ, ਪਰ ਉਸ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਦਾ ਇੱਕ ਟਰਸਟ ਬਣਿਆ, ਜਿਹੜਾ ਟਰਸਟ ਅੱਜ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਸੇਵਾਵਾਂ ਨਿਭਾ ਰਿਹਾ ਹੈ। ਔਰ ਉਸ ਟਰਸਟ ਦੇ ਵਿੱਚ ਜਿਸ ਤਰ੍ਹਾਂ ਮੈਂ ਕਹਿ ਦੇਵਾਂ ਕਿ ਸਰਦਾਰ ਨਰਿੰਦਰਜੀਤ ਸਿੰਘ ਜੀ ਬਿੰਦਰਾ ਸਾਹਿਬ ਬਹੁਤ ਜ਼ਿਆਦਾ ਇੰਟਰਸਟ ਲੈ ਕੇ ਔਰ ਹਰ ਤਰੀਕੇ ਦੇ ਨਾਲ, ਔਰ ਬਾਕੀ ਦੇ ਸਾਰੇ ਹੀ ਟਰਸਟੀ ਵੀਰਾਂ ਦੇ ਨਾਲ ਮਿਲ ਕੇ ਇੱਕ ਐਗਜ਼ੈਂਪਲਰੀ ਇਸ ਜਗ੍ਹਾ ਬਣਾ ਦਿੱਤੀ ਗਈ ਹੈ। ਕਿਉਂਕਿ ਇਸ ਵੇਲੇ ਇਸ ਸਥਾਨ ਦਾ ਜਿਹੜਾ ਮੈਂ ਕਹਿ ਦੇਵਾਂ ਕਿ ਪੈਮਾਨਾ ਹੈ, ਉਹ ਸਿੱਖ ਧਰਮ ਦੇ ਸਭ ਤੋਂ ਵੱਡੇ 5 ਗੁਰੂ ਘਰਾਂ ਦੇ ਵਿੱਚ ਜੁੜਿਆ ਜਾਂਦਾ ਹੈ। ਅਤੇ ਇਹ ਸਾਰਾ ਕੁਛ ਜਿਹੜਾ ਵਾ ਇਹ ਕਿਵੇਂ ਸਿਲਸਿਲੇਵਾਰ ਚੱਲਿਆ, ਮਤਲਬ ਕਿ ਪਹਿਲੇ ਮੈਂ ਇਹ ਕਹਾਂ ਉਹ ਅਸਥਾਨ ਬਣਿਆ ਉੱਪਰ ਵਾਲਾ, ਜਾਂ ਪਹਿਲਾਂ ਇਹ ਰਿਸ਼ੀਕੇਸ਼ ਵਾਲਾ ਅਸਥਾਨ ਬਣਿਆ, ਇਹ ਦੋਨਾਂ ਦੇ ਵਿੱਚ, ਔਰ ਵਿਚਲੇ ਅਸਥਾਨ ਕਿਵੇਂ ਬਣੇ, ਔਰ ਇਹ ਸਾਰੀਆਂ ਚੀਜ਼ਾਂ ਸੰਗਤ ਨਾਲ ਸਾਂਝੀਆਂ ਸਾਧ ਸੰਗਤ ਜੀਓ, ਜਿਵੇਂ ਕਿ ਮੈਂ ਹੁਣੇ ਬੇਨਤੀ ਕੀਤੀ ਸੀ ਕਿ ਸ਼੍ਰੀ ਹੇਮਕੁੰਟ ਸਾਹਿਬ ਦਾ ਪਾਵਨ ਸਥਾਨ ਤਾਂ ਉੱਪਰ ਏਡੀ ਉਚਾਈ ਦੇ ਉੱਤੇ ਸਥਾਪਿਤ ਹੈ, ਜਿਹੜਾ ਕਿ ਜ਼ਿਆਦਾ ਸਮਾਂ ਤਾਂ ਬਰਫ਼ ਥੱਲੇ ਹੀ ਢਕਿਆ ਰਹਿੰਦਾ ਹੈ। ਬਹੁਤ ਸੀਮਤ ਜਿਹੇ ਸਮੇਂ ਦੇ ਵਾਸਤੇ ਉਹ ਸਥਾਨ ਖੁੱਲ੍ਹਦਾ ਹੈ, ਜਦੋਂ ਸੰਗਤਾਂ ਦੇ ਦਰਸ਼ਨਾਂ ਵਾਸਤੇ ਖੁੱਲ੍ਹ ਜਾਂਦਾ। ਔਰ ਉਸ ਵੇਲੇ ਵੀ ਮੈਂ ਇਹ ਪਹਿਲਾਂ ਹੀ ਦੱਸ ਦਿੰਦਾ ਹੈਗਾ ਵਾ ਕਿ ਬਰਫ਼ ਇੰਨੀ ਜ਼ਿਆਦਾ ਹੁੰਦੀ ਹੈ ਕਿ ਹਰ ਕਿਸੇ ਦੇ ਵੱਸ ਦਾ ਰੋਗ ਨਹੀਂ ਕਿ ਜਾ ਕੇ ਉੱਥੇ ਉਹ ਰਸਤਾ ਦੇ ਲੱਭ ਕੇ ਅਤੇ ਸ਼੍ਰੀ ਹੇਮਕੁੰਟ ਸਾਹਿਬ ਤੱਕ ਪਹੁੰਚ ਜਾਵੇ, ਕਿਉਂਕਿ ਆਰਮੀ ਦੇ ਪਾਸ ਸਭ ਪ੍ਰਕਾਰ ਦੇ ਨਕਸ਼ੇ ਹੁੰਦੇ ਨੇ। ਆਰਮੀ ਦੇ ਨੌਜਵਾਨ ਜਾ ਕੇ ਉਹਨਾਂ ਨਕਸ਼ਿਆਂ ਨੂੰ ਦੇਖਦੇ ਹੋਏ ਅੱਗੇ ਤੇ ਅੱਗੇ ਰਸਤਾ, ਬਰਫ਼ ਨੂੰ ਕੱਟ ਕੇ ਰਸਤਾ ਬਣਾਉਂਦੇ ਜਾਂਦੇ ਹਨ ਅਤੇ ਸ਼੍ਰੀ ਹੇਮਕੁੰਟ ਸਾਹਿਬ ਦੇ ਪਾਵਨ ਸਥਾਨ 'ਤੇ ਪਹੁੰਚਦੇ ਹਨ ਅਤੇ ਉਸ ਦੇ ਸਥਾਨ ਦੇ ਕਿਵਾੜ ਖੁੱਲ੍ਹਦੇ ਹਨ। ਹਾਂ, ਇਹਦੇ ਬਾਰੇ ਵੀ ਗੱਲ ਕਰੀਏ ਕਿ ਪਹਿਲਾਂ ਸੰਤ ਸੋਹਣ ਸਿੰਘ ਜੀ, ਬਾਬਾ ਮੋਦਨ ਸਿੰਘ ਜੀ
ਆਪ ਇਹ ਸੇਵਾ ਨਿਭਾਉਂਦੇ ਸਨ। ਬਾਬਾ ਮੋਦਨ ਸਿੰਘ ਜੀ ਪੰਜਾਬ ਤੋਂ ਚੱਲ ਕੇ ਆਉਂਦੇ, ਉਹ ਆਪ ਵੀ ਆਰਮੀ ਵਿੱਚ ਹੁੰਦੇ ਸਨ ਔਰ ਉਹ ਸਰਵੇਅਰ ਦੀਆਂ ਸੇਵਾਵਾਂ ਨਿਭਾਇਆ ਕਰਦੇ ਸਨ। ਇਹ ਕਾਰਨ ਵੀ ਬਣਿਆ ਕਿ ਉਹਨਾਂ ਨੂੰ ਗੁਰੂ ਦੀ ਕਿਰਪਾ ਬਰਸੀ ਉਹਨਾਂ ਦਿੱਤੀ ਸੀ ਕਿ ਉਹਨਾਂ ਦੇ ਵੱਲੋਂ ਇਹ ਸਥਾਨ ਦੀ ਤਲਾਸ਼ ਹੋਈ। ਅੱਛਾ, ਬਾਬਾ ਸੋਹਣ ਸਿੰਘ ਜੀ, ਬਾਅਦ 'ਚ ਬਾਬਾ ਮੋਦਨ ਸਿੰਘ ਜੀ ਇਹ ਸੇਵਾ ਨਿਭਾਉਂਦੇ ਰਹੇ। ਹਾਂ, ਸਮਾਂ ਵੀ ਦੱਸ ਦੇਵਾਂ ਮੈਂ ਕਿ ਇਹ 1932-33 ਦੇ ਵਿੱਚ ਇਹ ਭਾਵਨਾ ਉੱਠੀ ਸੀ। 33 ਵਿੱਚ ਗਏ ਸਨ ਬਾਬਾ ਮੋਦਨ ਸਿੰਘ ਜੀ ਅਤੇ ਬਾਬਾ ਸੋਹਣ ਸਿੰਘ ਜੀ, ਅਤੇ ਉੱਥੇ ਜਾ ਕੇ ਇਹਨਾਂ ਨੇ ਇਹ ਲੱਭ ਲਿਆ ਸੀ ਸਥਾਨ ਕਿ ਇਹੀ ਉਹ ਪਾਵਨ ਸਥਾਨ ਹੈ, ਅਤੇ ਇਹਦੇ ਲਈ ਫਿਰ ਉਹਨਾਂ ਨੇ ਯਤਨ ਕੀਤਾ ਕਿ ਇੱਥੇ ਗੁਰੂ ਦਾ ਕੋਈ ਯਾਦਗਾਰੀ ਸਥਾਨ ਸਥਾਪਿਤ ਕੀਤਾ ਜਾਵੇ। ਉਹਦੇ ਲਈ ਉਹਨਾਂ ਨੇ ਯਤਨ ਕੀਤਾ ਅਤੇ ਸੰਗਤਾਂ ਦੇ ਨਾਲ ਮੇਲ ਮਿਲਾਪ ਕਰਕੇ ਕੋਸ਼ਿਸ਼ ਕੀਤੀ ਕਿ ਉੱਥੇ ਸਥਾਨ ਬਣੇ। ਹਾਂ, ਪਹਿਲਾਂ ਉਹਨਾਂ ਦਾ ਨੇ ਬੜਾ ਵਧੀਆ ਉੱਦਮ ਕੀਤਾ ਕਿ 1936 ਵਿੱਚ ਵੀ ਜਾ ਕੇ ਇਕੱਠਿਆਂ ਇੱਕ ਸਥਾਨ ਦੇ ਵਾਸਤੇ, ਕਿਉਂਕਿ ਉੱਥੇ ਲਈ ਮਟੀਰੀਅਲ ਵੀ ਚਾਹੀਦਾ ਸੀ, ਉੱਥੇ ਉੱਪਰ ਲੈ ਕੇ ਜਾਣਾ ਬੜਾ ਕਠਿਨ ਕੰਮ ਸੀਗਾ, ਅਤੇ ਉੱਥੋਂ ਹੀ ਪੱਥਰ ਇਕੱਠੇ ਕਰਕੇ ਜਿਨ੍ਹਾਂ ਨੂੰ ਇੱਟਾਂ ਦਾ ਕੰਮ ਲਿਆ ਗਿਆ, ਸੀਮੈਂਟ ਲਿਜਾ ਕੇ ਉੱਥੇ ਇੱਕ 10 ਬਾਈ 10 ਦਾ, ਜਿਸ ਦੇ ਅੱਗੇ ਕੇਵਲ 3 ਫੁੱਟ ਦਾ ਇੱਕ ਅੱਗੇ ਪ੍ਰੋਜੈਕਸ਼ਨ ਸੀ, ਵੱਡਾ ਬਰਾਂਡਾ ਕਹਿ ਲਈਏ, ਉਹ ਸਥਾਨ ਬਣਾਇਆ ਗਿਆ ਜਿੱਥੇ ਗੁਰੂ ਸਾਹਿਬ ਦਾ ਇੱਕ ਨਿਸ਼ਾਨ ਬਣ ਗਿਆ ਕਿ ਇਹ ਪਾਵਨ ਸਥਾਨ ਉਹ ਹੈ ਜੀ। ਅਤੇ ਇੱਥੋਂ ਤੋਂ ਸ਼ੁਰੂ ਹੋਈ। ਬਾਬਾ ਮੋਦਨ ਸਿੰਘ ਜੀ ਹਰ ਰੋਜ਼ ਗੋਬਿੰਦ ਧਾਮ ਤੋਂ, ਜਿਹੜਾ ਗੋਬਿੰਦ ਧਾਮ ਦਾ ਸਥਾਨ ਹੈ ਪਿੰਡ ਕਾਂਗਰੀਆ ਦੇ ਏਰੀਏ ਵਿੱਚ ਹੈ, ਉਹ ਉੱਥੇ ਇੱਕ ਦਰਖਤ ਦੇ ਵਿੱਚ ਦੀ ਛਾਂ ਦੇ ਵਿੱਚ ਬੈਠਦੇ ਰਹਿੰਦੇ ਸੀ। ਰਾਤ ਦਾ ਵਿਸ਼ਰਾਮ ਉੱਥੇ ਕਰਦੇ, ਸਵੇਰ ਨੂੰ ਉੱਥੇ ਚਲੇ ਜਾਂਦੇ ਅਤੇ ਸੇਵਾਵਾਂ ਨਿਭਾਉਂਦੇ। ਉਹਨਾਂ ਨੇ ਬੜੀ ਕਠਿਨ ਸੇਵਾ ਨਿਭਾਈ ਹੈ, ਅਤੇ ਇਸ ਕਰਕੇ ਬਾਬਾ ਮੋਦਨ ਸਿੰਘ ਜੀ ਦਾ ਨਾਮ ਬਹੁਤ ਅਦਬਪੂਰਵਕ ਅਸੀਂ ਯਾਦ ਕਰਦੇ ਹਾਂ। ਅਤੇ ਸੰਤ ਬਾਬਾ ਸੋਹਣ ਸਿੰਘ ਜੀ ਹੋਰਾਂ ਦਾ ਨਾਮ ਵੀ, ਕਿਉਂਕਿ ਉਹਨਾਂ ਦਾ ਵੀ ਬਹੁਤ ਯੋਗਦਾਨ ਹੈ ਇਸ ਸਥਾਨ ਦੇ ਨੂੰ ਪ੍ਰਗਟ ਕਰਨ ਦੇ ਵਿੱਚ ਔਰ ਸੇਵਾ ਨਿਭਾਉਣ ਦੇ ਵਿੱਚ। ਹਾਂ, ਜਦੋਂ ਬਾਬਾ ਮੋਦਨ ਸਿੰਘ ਜੀ ਵੀ ਬਿਰਧ ਅਵਸਥਾ ਵੱਲ ਵੱਧ ਰਹੇ ਸਨ ਅਤੇ ਉਹਨਾਂ ਨੇ ਜਿੰਨਾ ਹੋ ਸਕਿਆ ਸੇਵਾ ਨਿਭਾਈ। ਜਦੋਂ ਦੇਖਿਆ ਕਿ ਹੁਣ ਤਾਂ ਸੇਵਾ ਤੋਂ ਵੀ ਸਰੀਰ ਜਵਾਬ ਦੇ ਰਿਹਾ ਹੈ, ਅਤੇ ਉਹਨਾਂ ਨੇ 1960 ਦੇ ਵਿੱਚ ਇੱਕ ਇਹ ਸਮਝਿਆ ਕਿ ਇਸ ਪਾਵਨ ਸਥਾਨ ਦੀ ਸੇਵਾ ਸੰਭਾਲ ਦੇ ਕਾਰਜ ਕਿਸੇ ਐਸੀ ਹੱਥਾਂ ਦੇ ਵਿੱਚ ਦਿੱਤੇ ਜਾਣ ਜਿਹੜੇ ਜ਼ਿੰਮੇਵਾਰੀ ਦੇ ਨਾਲ ਇਹ ਸੇਵਾ ਨੂੰ ਨਿਭਾ ਸਕਣ, ਅਤੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਹੀ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੀ ਸਥਾਪਨਾ ਕੀਤੀ। ਮਾਰਚ 1960 ਦੇ ਵਿੱਚ ਇਹ ਗੁਰਦੁਆਰਾ ਟਰੱਸਟ ਹੋਂਦ ਵਿੱਚ ਆਇਆ, ਜਿਸ ਦੇ ਵਿੱਚ ਟਰੱਸਟੀ ਸਾਹਿਬਾਨ ਆਲ ਓਵਰ ਇੰਡੀਆ ਤੋਂ ਲਏ ਗਏ ਜਿਹੜੇ ਸੇਵਾ ਦੇ ਵਿੱਚ ਲੱਗੇ ਹੋਏ ਸਨ, ਔਰ ਇਸ ਸਥਾਨ ਦੀ ਸੇਵਾ ਦੇ ਵਾਸਤੇ, ਯਾਤਰਾ ਦੇ ਵਾਸਤੇ ਸੰਗਤਾਂ ਸਹਿਤ ਆਪ ਆਉਂਦੇ ਸਨ, ਔਰ ਉਸ ਸਥਾਨ ਦੀ ਸੇਵਾ ਦੇ ਵਾਸਤੇ, ਉਹਦੀ ਹੋਰ ਡਿਵੈਲਪਮੈਂਟ ਦੇ ਵਾਸਤੇ ਯਤਨਸ਼ੀਲ ਸਨ। ਐਸੀਆਂ ਰੂਹਾਂ ਨੂੰ ਇਸ ਦੇ ਵਿੱਚ ਲਿਆ ਗਿਆ ਸੀਗਾ। ਜੋ ਮੁੱਢਲਾ ਟਰੱਸਟ ਹੋਂਦ ਵਿੱਚ ਆਇਆ ਸੀ, 7 ਉਹਦੇ ਵਿੱਚ ਟਰੱਸਟੀ ਸਾਹਿਬਾਨ ਸਨ। ਉਹਦੇ ਬਾਬਾ ਮੋਦਨ ਸਿੰਘ ਜੀ ਹੋਰਾਂ ਨੂੰ ਹੀ ਇਸ ਗੱਲ ਦੀ ਪ੍ਰਧਾਨਗੀ ਦਿੱਤੀ ਗਈ ਸੀ ਟਰੱਸਟੀ ਸਾਹਿਬਾਨ ਵੱਲੋਂ। ਔਰ ਹੁਣੇ ਆਪ ਜੀ ਨੇ ਜ਼ਿਕਰ ਕੀਤਾ ਸੀ ਗਿਆਨੀ ਜੀ ਕਿ ਸਰਦਾਰ ਨਰਿੰਦਰਜੀਤ ਸਿੰਘ ਬਿੰਦਰਾ ਜੀ, ਇਹਨਾਂ ਦੇ ਨਾਨਾ ਜੀ ਸਰਦਾਰ ਗੁਰਬਖਸ਼ ਸਿੰਘ ਬਿੰਦਰਾ ਜੀ ਫਾਊਂਡਰ ਮੈਂਬਰ ਸਨ, ਅਤੇ ਰਿਸ਼ੀਕੇਸ਼ ਉਹ ਵਿਸ਼ਰਾਮ ਕਰਦੇ ਸਨ, ਰਿਸ਼ੀਕੇਸ਼ ਸਥਾਪਿਤ ਸਨ, ਅਤੇ ਉਹ ਵੀ ਇਸ ਦੇ ਟਰੱਸਟ ਦੇ ਫਾਊਂਡਰ ਮੈਂਬਰ ਸਨ। ਅਤੇ ਟਰੱਸਟ ਵੱਲੋਂ ਇਹਦੀ ਯਾਤਰਾ ਦੇ ਪ੍ਰਬੰਧਾਂ ਦੇ ਵਾਸਤੇ, ਇਸ ਨੂੰ ਹੋਰ ਸੁਖੈਨ ਬਣਾਉਣ ਦੇ ਵਾਸਤੇ, ਸੰਗਤ ਦੀ ਸੁਵਿਧਾ ਦੇ ਵਾਸਤੇ ਟਰੱਸਟ ਦੇ ਵੱਲੋਂ ਧੀਰੇ ਧੀਰੇ ਜਿਵੇਂ ਯਾਤਰਾ ਵੱਧਦੀ ਗਈ, ਉਹ ਸੰਗਤਾਂ ਦੀ ਲੋੜ ਦੇ ਮੁਤਾਬਕ ਇੱਥੇ ਗੁਰਦੁਆਰਾ ਸਾਹਿਬ ਸਥਾਪਿਤ ਹੁੰਦੇ ਗਏ। ਜਿਵੇਂ ਉੱਤਰਾਖੰਡ ਵਿੱਚ ਹੀ ਟਰੱਸਟ ਦੇ ਵੱਲੋਂ 7 ਗੁਰਦੁਆਰਾ ਸਥਾਪਿਤ ਹਨ, ਜਿਹੜੇ ਔਨ ਦੀ ਵੇ ਟੂ ਸ਼੍ਰੀ ਹੇਮਕੁੰਟ ਸਾਹਿਬ ਹਨ। ਸ਼੍ਰੀ ਹੇਮਕੁੰਟ ਸਾਹਿਬ ਦੇ ਰਸਤੇ ਦੇ ਵਿੱਚ ਹੀ ਇਹ ਗੁਰੂ ਘਰ ਸਥਾਪਿਤ ਹਨ। ਸਾਧ ਸੰਗਤ ਜੀ, ਮੈਂ ਥੋੜ੍ਹਾ ਵੀਰ ਜੀ ਨੂੰ ਇਸ ਕਰਕੇ ਰੋਕਿਆ ਤਾਂ ਕਿ ਅਗਲੀ ਚੀਜ਼ ਲਈ ਤੁਹਾਡਾ ਇੰਟਰਸਟ ਹੋਰ ਵੱਧ ਜਾਏ।
ਕਿਉਂਕਿ ਸੰਗਤਾਂ ਨੂੰ ਕਈ ਵਾਰ ਪਤਾ ਨਹੀਂ ਹੁੰਦਾ, ਕਿਉਂਕਿ ਜੋ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਆਉਣਾ ਚਾਹੁੰਦੇ ਹੈ ਉਹ ਸਟੈਪ ਵਾਈਜ਼ ਕਿਸ ਤਰ੍ਹਾਂ ਆਪਣੇ ਪੜਾਅ ਕਰਦੇ ਹੋਏ ਅੱਗੇ ਵਧ ਰਹੇ ਆ। ਕਿਉਂਕਿ ਇੱਥੇ ਮੈਂ ਇਹ ਗੱਲ ਦੱਸ ਦੇਵਾਂ ਕਿ ਹੇਮਕੁੰਟ ਸਾਹਿਬ ਟਰੱਸਟ ਸਿਰਫ ਇੱਕ ਨਹੀਂ, ਜਿਵੇਂ ਹੁਣੇ ਹੀ ਸਰਦਾਰ ਦਰਸ਼ਨ ਸਿੰਘ ਜੀ ਹੋਰਾਂ ਨੇ ਦੱਸਿਆ ਕਿ 7 ਗੁਰਦੁਆਰਾ ਸਾਹਿਬ ਹੈ ਜਿਹੜੇ ਇਸ ਤੋਂ ਅੱਗੇ ਰਸਤੇ ਪੈਂਦੇ ਆ, ਉਹਨਾਂ ਸਾਰੇ ਗੁਰੂ ਘਰਾਂ ਦਾ ਪ੍ਰਬੰਧ ਵੀ ਜਿਹੜਾ ਹੈ ਉਹ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਕਰ ਰਿਹਾ ਹੈ। ਅਤੇ ਆਓ ਉਹਨਾਂ ਗੁਰੂ ਘਰਾਂ ਦੀ ਸਿਲਸਿਲੇਵਾਰ ਆਪਾਂ ਜਾਣਕਾਰੀ ਪ੍ਰਾਪਤ ਕਰਦੇ ਹਾਂ ਸਰਦਾਰ ਦਰਸ਼ਨ ਸਿੰਘ ਜੀ ਤੋਂ ਕਿ ਕਿਹੜੇ ਗੁਰੂ ਘਰ ਆਉਂਦੇ ਆ, ਕਿਸ ਤਰ੍ਹਾਂ ਸੰਗਤ ਹੈ ਜਿਹੜੀ ਉਹ ਵਿਸ਼ਰਾਮ ਕਰਦਿਆਂ ਹੋਇਆਂ ਅੱਗੇ ਜਾ ਸਕਦੀ ਹੈ। ਉਹ ਸਾਰੀ ਵੀਰ ਜੀ ਹੁਣ ਸਾਂਝਾ ਜੀ। ਉੱਤਰਾਖੰਡ ਦੇ ਵਿੱਚ, ਉੱਤਰਾਖੰਡ ਤਾਂ ਹੁਣ ਬਣਿਆ ਹੈ, ਇਹ ਪਹਿਲਾਂ ਜੋ ਯੂਪੀ ਸੀ, ਉੱਤਰ ਪ੍ਰਦੇਸ਼, ਪਹਿਲਾਂ ਉੱਤਰ ਪ੍ਰਦੇਸ਼ ਦਾ ਹੀ ਇਲਾਕਾ ਸੀ ਇਹ। ਅਤੇ ਉਦੋਂ ਇਹ ਜਦੋਂ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਹੋਂਦ ਦੇ ਵਿੱਚ ਆਇਆ ਤਾਂ ਇਸ ਦੇ ਜੋ ਪਹਿਲਾਂ ਸਕੱਤਰ ਸਾਹਿਬ ਬਣੇ ਸਨ ਸਰਦਾਰ ਸ਼ਮਸ਼ੇਰ ਸਿੰਘ ਜੀ, ਉਹਨਾਂ ਦਾ ਨਿਵਾਸ ਸਥਾਨ ਸੀ ਕਾਨਪੁਰ ਦੇ ਵਿੱਚ, ਜੋ ਕਿ ਯੂਪੀ ਦੀ ਰਾਜਧਾਨੀ ਲਖਨਊ ਦੇ ਨੇੜੇ ਪੈਂਦਾ ਹੈ। ਉਹਨਾਂ ਨੇ ਆਪਣੀ ਸਹੂਲਤ ਦੇ ਵਾਸਤੇ ਇਸ ਟਰੱਸਟ ਦਾ ਜੋ ਆਫਿਸ ਰਜਿਸਟਰ ਕਰਵਾਉਣਾ ਸੀ ਉਹ ਕਾਨਪੁਰ ਤੋਂ ਹੀ ਕਰਵਾਇਆ ਸੀ। ਇਸ ਕਰਕੇ ਇਹ ਟਰੱਸਟ ਦਾ ਜੋ ਰਜਿਸਟਰਡ ਆਫਿਸ ਹੈ ਉਹ ਕਾਨਪੁਰ ਦੇ ਵਿੱਚ ਹੈ। ਹਾਂ, ਲੇਕਿਨ ਇਸ ਦੇ ਬੰਦੋਬਸਤ ਜੋ ਸਾਰੇ ਹਨ, ਕਿਉਂਕਿ ਰਿਸ਼ੀਕੇਸ਼ ਇਸ ਦੇ ਰਸਤੇ ਦੇ ਉੱਤੇ ਪੈਂਦਾ ਹੈ ਸ਼੍ਰੀ ਹੇਮਕੁੰਟ ਸਾਹਿਬ ਦੇ, ਇੱਥੋਂ ਹੁੰਦੇ ਹਨ। ਉੱਤਰਾਖੰਡ ਦਾ ਜਦੋਂ ਤੋਂ ਬਣਿਆ ਇਸ ਦੇ ਵਿੱਚ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਹਰਿਦੁਆਰ ਵੀ ਸੁਸ਼ੋਭਿਤ ਹੈ, ਰਿਸ਼ੀਕੇਸ਼ ਹੈ, ਇਸ ਤੋਂ 103 ਕਿਲੋਮੀਟਰ ਅੱਗੇ ਸ਼੍ਰੀਨਗਰ ਗੜਵਾਲ ਦੇ ਵਿੱਚ ਹੈ, ਉਸ ਤੋਂ ਅੱਗੇ ਜੋਸ਼ੀ ਮੱਠ ਵਿਖੇ ਹੈ, ਜੋਸ਼ੀ ਮੱਠ ਤੋਂ ਅੱਗੇ ਜਿੱਥੇ ਤੱਕ ਮੋਟਰੇਬਲ ਰੋਡ ਹੈ ਗੋਬਿੰਦ ਘਾਟ, ਇਹ ਪਾਂਡੂਕੇਸ਼ਵਰ ਪਿੰਡ ਦੇ ਵਿੱਚ ਪੈਂਦਾ ਹੈ, ਜ਼ਿਲ੍ਹਾ ਚਮੋਲੀ ਦੇ ਵਿੱਚ, ਉੱਥੇ ਵੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਉਸ ਤੋਂ ਅੱਗੇ 13 ਕਿਲੋਮੀਟਰ ਜਿੱਥੋਂ ਪੈਦਲ ਯਾਤਰਾ ਸ਼ੁਰੂ ਹੁੰਦੀ ਹੈ ਗੋਬਿੰਦ ਘਾਟ ਤੋਂ, ਉਸ ਤੋਂ 13 ਕਿਲੋਮੀਟਰ ਦੇ ਡਿਸਟੈਂਸ ਦੇ ਉੱਤੇ ਗੁਰਦੁਆਰਾ ਗੋਬਿੰਦ ਧਾਮ ਹੈ ਜੋ ਕਾਂਗਰੀਆ ਪਿੰਡ ਦੇ ਵਿੱਚ ਸਥਾਪਿਤ ਹੈ। ਉਸ ਤੋਂ 6 ਕਿਲੋਮੀਟਰ ਅੱਗੇ ਉੱਪਰ ਹੈ ਸ਼੍ਰੀ ਹੇਮਕੁੰਟ ਸਾਹਿਬ ਦਾ ਪਾਵਨ ਸਥਾਨ, ਜਿਸ ਸਥਾਨ ਦੇ ਦਰਸ਼ਨਾਂ ਵਾਸਤੇ ਸੰਗਤਾਂ ਜਾਂਦੀਆਂ ਹਨ। ਹਰਿਦੁਆਰ ਦੇ ਵਿੱਚ ਜੋ ਗੁਰਦੁਆਰਾ ਸਥਾਪਿਤ ਹੈ ਉਹ ਰੇਲਵੇ ਸਟੇਸ਼ਨ ਦੇ ਬਿਲਕੁਲ ਨਜ਼ਦੀਕ ਹੈ, ਬਲਕਿ ਇਹ ਗੁਰਦੁਆਰਾ ਇਸ ਕਰਕੇ ਹੀ ਸਥਾਪਿਤ ਕੀਤਾ ਗਿਆ ਕਿਉਂਕਿ ਰੇਲਵੇ ਦਾ ਟੇਲ ਐਂਡ ਪਹਿਲੋਂ ਹਰਿਦੁਆਰ ਹੀ ਹੁੰਦਾ ਸੀ। ਸਾਰੀਆਂ ਟ੍ਰੇਨਸ ਆ ਕੇ ਉੱਥੇ ਤੱਕ ਰੁਕਦੀਆਂ ਸਨ, ਫਿਰ ਇਹ ਅੱਗੇ ਇਸ ਨੂੰ ਵਧਾ ਦਿੱਤਾ ਗਿਆ ਰਿਸ਼ੀਕੇਸ਼ ਤੱਕ। ਰਿਸ਼ੀਕੇਸ਼ ਵਿੱਚ ਵੀ ਹੈ ਗੁਰਦੁਆਰਾ ਸਾਹਿਬ ਇਹ, ਬਲਕਿ ਇਹਨੂੰ ਕਹੀਏ ਕਿ ਕੇਂਦਰ ਸਥਾਨ ਹੈ ਇਸ ਢੰਗ ਨਾਲ ਹੈ ਕਿਉਂ ਜੋ ਗੁਰਦੁਆਰਾ ਸਾਹਿਬਾਨ ਦੇ ਵਿੱਚ ਜੋ ਵਸਤਾਂ ਦੀ, ਰਸਦਾਂ ਦੀ, ਵਸਤਰਾਂ ਦੀ, ਬਰਤਨਾਂ ਦੀ, ਜੋ ਜਿਸ ਪ੍ਰਕਾਰ ਦੀਆਂ ਵੀ ਕੋਈ ਸੇਵਾਵਾਂ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਇੱਥੇ ਪਹਿਲਾਂ ਸਟੋਰ ਕੀਤਾ ਜਾਂਦਾ, ਇੱਥੇ ਉਹਨਾਂ ਦੀ ਪ੍ਰੋਕਿਉਰਮੈਂਟ ਹੁੰਦੀ ਹੈ ਅਤੇ ਇੱਥੋਂ ਹੀ ਫਿਰ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਲੋੜ ਦੇ ਮੁਤਾਬਕ ਭੇਜਿਆ ਜਾਂਦਾ ਹੈ। ਵੀਰ ਜੀ, ਇਹਦੇ ਨਾਲ ਹੀ ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਅੱਜ ਕੱਲ੍ਹ ਇੱਥੇ ਜੋ ਸੰਗਤਾਂ ਆ ਰਹੀਆਂ ਨੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਦੇ ਵਾਸਤੇ, ਉਹਨਾਂ ਸੰਗਤਾਂ ਦੇ ਵਾਸਤੇ ਰਿਹਾਇਸ਼ ਦਾ ਪ੍ਰਬੰਧ, ਗੁਰੂ ਕੇ ਲੰਗਰ ਦਾ ਪ੍ਰਬੰਧ, ਮੈਡੀਕਲ ਦਾ ਪ੍ਰਬੰਧ ਹੈ, ਬਹੁਤ ਸਾਰੇ ਪ੍ਰਬੰਧ ਨੇ ਜਿਹੜੇ ਉਹ ਮੈਨੇਜਮੈਂਟ ਟਰੱਸਟ ਨੂੰ ਕਰਨੇ ਪੈਂਦੇ ਹੈ। ਉਹ ਸਾਰੇ ਦੇ ਸਾਰੇ ਪ੍ਰਬੰਧ ਕਿਸ ਤਰ੍ਹਾਂ ਹੁੰਦੇ ਆ, ਮਤਲਬ ਕਿ ਕਿੱਥੇ ਸੰਗਤ ਨੂੰ ਲੰਗਰ ਮਿਲਦਾ ਹੈ, ਕਿੱਥੇ ਸੰਗਤ ਨੂੰ ਰਹਿਣ ਲਈ ਰਿਹਾਇਸ਼ ਮਿਲਦੀ ਹੈ। ਵੈਸੇ ਤਾਂ ਨੋ ਡਾਊਟ ਕਿ ਜਿੰਨੇ ਵੀ ਗੁਰੂ ਘਰ ਜਿਹੜੇ ਇਹ ਬਣਾਏ ਆ ਉਹ ਪਰਪਸ ਹੀ ਇਸ ਲਈ ਬਣਾਏ ਆ ਕਿ ਰਸਤੇ ਦੇ ਵਿੱਚ ਸੰਗਤ ਨੂੰ ਲੰਗਰ ਅਤੇ ਰਿਹਾਇਸ਼ ਦੀ ਕੋਈ ਟੋਟ ਨਾ ਆਵੇ, ਕੋਈ ਮੁਸ਼ਕਲ ਨਾ ਆਵੇ। ਅਤੇ ਇਹ ਤੁਸੀਂ ਦੱਸੋ ਕਿ ਇਸ ਕਿੱਥੋਂ ਤੋਂ ਗੁਰੂ ਕਾ ਲੰਗਰ ਔਰ ਰਿਹਾਇਸ਼ ਸੰਗਤਾਂ ਜਿਹੜੀਆਂ ਉਹ ਰਸਤੇ 'ਚ ਪ੍ਰਾਪਤ ਕਰਦੀਆਂ ਜਾਂਦੀਆਂ, ਕਿਹੜੇ ਗੁਰੂ ਘਰਾਂ 'ਚ ਇਹ ਸੇਵਾ ਮਿਲਦੀ? ਯਾਤਰਾ ਕਾਲ ਵਿੱਚ ਸਾਰੇ ਗੁਰਦੁਆਰਿਆਂ ਦੇ ਵਿੱਚ ਲੰਗਰ ਪਾਣੀ ਦਾ, ਰਿਹਾਇਸ਼ੀ ਕਮਰਿਆਂ ਦਾ ਔਰ ਡਾਕਟਰੀ ਸਹਾਇਤਾ ਦਾ ਪੂਰਾ ਬੰਦੋਬਸਤ ਗੁਰਦੁਆਰਾ ਟਰੱਸਟ ਦੇ ਵੱਲੋਂ ਕੀਤਾ ਜਾਂਦਾ ਹੈ। ਹਰਿਦੁਆਰ ਦੇ ਵਿੱਚ ਰੇਲਵੇ ਸਟੇਸ਼ਨ ਦੇ ਬਿਲਕੁਲ ਕੋਲੇ ਹੋਣ ਕਰਕੇ ਉੱਥੇ ਸੰਗਤਾਂ ਦਾ ਆਉਣਾ ਜਾਣ ਆਮ ਹੀ ਬਣਿਆ ਰਹਿੰਦਾ, ਉੱਥੇ ਵੀ ਲੰਗਰ ਦਾ ਪ੍ਰਬੰਧ ਅਤੇ ਰਿਹਾਇਸ਼ੀ ਬੰਦੋਬਸਤ ਹੈ। ਉਸ ਤੋਂ ਬਾਅਦ ਅੱਗੇ ਰਿਸ਼ੀਕੇਸ਼ ਆਈਏ ਆਪਾਂ। ਰਿਸ਼ੀਕੇਸ਼ ਮੈਂ ਦੱਸਿਆ ਵੀ ਕੇਂਦਰੀ ਸਥਾਨ ਹੀ ਹੈ, ਤਾਂ ਇਹ ਇਸ ਕਰਕੇ ਕਿਉਂਕਿ ਜਿਹੜੀਆਂ ਸੰਗਤਾਂ
ਦੂਰ ਦੁਰਾਡੇ ਤੋਂ ਚੱਲ ਕੇ ਆਉਂਦੀਆਂ ਹਨ ਦਰਸ਼ਨਾਂ ਵਾਸਤੇ, ਉਹ ਜ਼ਿਆਦਾਤਰ ਇੱਥੇ ਰਾਤਰੀ ਵਿਸ਼ਰਾਮ ਕਰਕੇ ਫਿਰ ਅੱਗੇ ਦਾ ਸਫ਼ਰ ਸ਼ੁਰੂ ਕਰਦੀਆਂ ਹਨ। ਜੋ ਪਹਾੜੀ ਸਫ਼ਰ ਹੈ, ਗੋਬਿੰਦ ਘਾਟ ਤੱਕ ਪਹੁੰਚਣ ਦਾ ਸਭਨਾਂ ਦਾ ਯਤਨ ਹੁੰਦਾ ਹੈ ਕਿ ਉੱਥੇ ਪਹੁੰਚ ਜਾਈਏ। ਉਹ 10, 11, 12 ਘੰਟੇ ਦਾ ਸਫ਼ਰ ਹੈ। ਇਸ ਲਈ ਰਾਤ ਦਾ ਵਿਸ਼ਰਾਮ ਜ਼ਿਆਦਾਤਰ ਸੰਗਤਾਂ ਰਿਸ਼ੀਕੇਸ਼ ਵਿਖੇ ਕਰਦੀਆਂ ਹਨ। ਇੱਥੋਂ ਅਗਲੀ ਸਵੇਰ ਫਿਰ ਉਹ ਅੱਗੇ ਪ੍ਰਸਥਾਨ ਕਰਦੀਆਂ ਨੇ ਅਤੇ ਇੱਥੇ ਦਿਨ ਰਾਤ ਸਾਰਾ ਸਾਲ ਹੀ ਲੰਗਰਾਂ ਦੇ ਪ੍ਰਬੰਧ ਹਨ ਔਰ ਰਿਹਾਇਸ਼ ਦੇ ਵਾਸਤੇ ਸੰਗਤਾਂ ਦੀ ਲੋੜ ਦੇ ਮੁਤਾਬਕ ਦਿਨ ਬ ਦਿਨ ਅੱਗੇ ਤੇ ਅੱਗੇ ਹੋਰ ਉਸਾਰੀਆਂ ਹੋ ਰਹੀਆਂ ਹਨ। ਨਵੇਂ ਜਿਵੇਂ ਸੰਗਤਾਂ ਦੀ ਲੋੜ ਦੀ ਸੰਗਤਾਂ ਵੱਲੋਂ ਭਾਵਨਾ ਦਾ ਪ੍ਰਗਟਾਵਾ ਹੁੰਦਾ ਹੈ, ਉਹਦੇ ਮੁਤਾਬਕ ਬਣੇ। ਹੁਣ ਜਿਵੇਂ ਏਸੀ ਕਮਰਿਆਂ ਦੀ ਲੋੜ ਮਹਿਸੂਸ ਕੀਤੀ ਗਈ ਸੀ, ਏਸੀ ਕਮਰਿਆਂ ਦੇ ਬਲਾਕ ਬਣ ਗਏ ਹੈਗੇ ਨੇ ਔਰ ਗੁਰੂ ਕੇ ਲੰਗਰ ਦਿਨ ਰਾਤ ਚੱਲਦੇ ਨੇ। ਇੱਥੇ ਮੈਡੀਕਲ ਏਡ ਦੇ ਵਜੋਂ ਡਿਸਪੈਂਸਰੀ ਸਾਰਾ ਸਾਲ ਚੱਲਦੀ ਹੈ। ਡਿਸਪੈਂਸਰੀ ਦੇ ਵਿੱਚ ਡਾਕਟਰ ਦੀਆਂ ਸੇਵਾਵਾਂ ਔਰ ਫ੍ਰੀ ਦਵਾਈਆਂ ਦਾ ਬੰਦੋਬਸਤ ਟਰੱਸਟ ਵੱਲੋਂ ਕੀਤਾ ਜਾਂਦਾ ਹੈ। ਇਹ ਭਾਵੇਂ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਹੀ ਹੁੰਦੇ ਹਨ, ਲੇਕਿਨ ਇਹ ਜ਼ਿਕਰਯੋਗ ਹੈ ਕਿ ਸੰਗਤਾਂ ਦੀ ਲੋੜ ਨੂੰ ਇਲਾਕਾ ਨਿਵਾਸੀਆਂ ਦੀ ਲੋੜ ਨੂੰ ਵੀ ਪ੍ਰਮੁੱਖ ਰੱਖਦਿਆਂ ਹੋਇਆਂ ਇਹ ਕੀਤਾ ਜਾਂਦਾ ਹੈ। ਅੱਛਾ, ਅੱਗੇ ਮੈਂ ਆਪਾਂ ਗੱਲ ਬਾਅਦ 'ਚ ਕਰਾਂਗੇ। ਰਿਸ਼ੀਕੇਸ਼ ਵਿਖੇ ਹੋਰ ਜੋ ਸੇਵਾਵਾਂ ਚੱਲਦੀਆਂ ਹਨ, ਮੈਂ ਉਹਨਾਂ ਦਾ ਜ਼ਿਕਰ ਵੀ ਕਰਨਾ ਚਾਹਾਂਗਾ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਵੱਲੋਂ ਇੱਕ ਬੜਾ ਉਪਕਾਰ ਦਾ ਕਾਰਜ ਕੀਤਾ ਗਿਆ ਹੈ ਕਿ ਇੱਥੇ 1976 ਤੋਂ ਗੁਰਮਤਿ ਸੰਗੀਤ ਬਾਲ ਵਿਦਿਆਲਾ ਸਥਾਪਿਤ ਕੀਤਾ ਗਿਆ, ਜਿਸ ਦੇ ਵਿੱਚ ਵਿਦਿਆਰਥੀਆਂ ਨੂੰ ਐਡਮਿਸ਼ਨ ਤੋਂ ਲੈ ਕੇ ਉਹਨਾਂ ਦੇ ਕੋਰਸ ਦੀ ਪੂਰਤੀ ਤੱਕ ਦਾ ਕੋਈ ਖਰਚਾ ਵਿਦਿਆਰਥੀ ਪਾਸੋਂ ਨਹੀਂ ਲਿਆ ਜਾਂਦਾ। ਜਿਸ ਦੇ ਬਾਰੇ ਮੈਂ ਕਹਿਣਾ ਚਾਹਾਂਗਾ ਕਿ ਕੋਈ ਐਡਮਿਸ਼ਨ ਫੀ ਨਹੀਂ ਲਈ ਜਾਂਦੀ, ਕੋਈ ਮਾਸਕ ਫੀਸ ਨਹੀਂ ਲਈ ਜਾਂਦੀ ਹੈ, ਵਰਦੀ ਦਾ ਖਰਚਾ ਨਹੀਂ ਲਿਆ ਜਾਂਦਾ ਹੈ, ਕਿਤਾਬਾਂ ਦਾ ਖਰਚਾ, ਸਟੇਸ਼ਨਰੀ ਦਾ ਖਰਚਾ, ਉੱਥੇ ਉਹਨਾਂ ਦਾ ਰਹਿਣ ਦਾ ਖਰਚਾ, ਹੋਸਟਲ ਦਾ ਖਰਚਾ। ਇੱਥੇ ਈਵਨ ਉਹਨਾਂ ਦੇ ਵਾਸਤੇ ਡਾਕਟਰ ਦੀਆਂ ਸੇਵਾਵਾਂ ਹਰ ਵਕਤ ਹਾਜ਼ਰ ਹਨ। ਉਹਨਾਂ ਦੇ ਵਾਸਤੇ ਟੇਲਰਾਂ, ਕਿਉਂਕਿ ਵਿਦਿਆਰਥੀ ਛੋਟੀ ਉਮਰ ਦੇ ਹੁੰਦੇ ਨੇ, ਬੱਚੇ ਹੁੰਦੇ ਹਨ, ਉਹਨਾਂ ਦੇ ਕੱਪੜਿਆਂ ਦਾ ਰਹਿਣ ਜੋ ਵਸਤਰ ਉਹਨਾਂ ਨੇ ਪਹਿਨਣੇ ਉਹਨਾਂ ਦਾ ਵੀ ਧਿਆਨ ਰੱਖਣ ਦੀ ਲੋੜ, ਉਹ ਸਾਰੇ ਟਰੱਸਟ ਵੱਲੋਂ ਦਿੱਤੇ ਜਾਂਦੇ ਹਨ। ਉਹਨਾਂ ਦੇ ਵਾਸਤੇ 2 ਟੇਲਰਾਂ ਦਾ ਵੀ ਪ੍ਰਬੰਧ ਹੈ, ਟਰੱਸਟ ਦੇ ਵੱਲੋਂ ਕੀਤਾ ਗਿਆ। ਇਹ ਸਾਰੇ ਖਰਚੇ ਸੰਗਤਾਂ ਦੇ ਸਹਿਯੋਗ ਦੇ ਨਾਲ ਟਰੱਸਟ ਵੱਲੋਂ ਉਠਾਏ ਜਾਂਦੇ ਹਨ। ਇਸ ਦੇ ਨਾਲ ਹੀ ਇਹ ਮੈਂ ਜ਼ਿਕਰ ਕਰ ਚੁੱਕਾ ਹਾਂ ਕਿ ਡਿਸਪੈਂਸਰੀ ਚੱਲਦੀ ਹੈ। ਇਹਦੇ ਨਾਲ ਹੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਵਸ ਆਉਂਦਾ ਹੈ ਤਾਂ ਉਸ ਉਪਲਕਸ਼ ਦੇ ਵਿੱਚ ਗੁਰਦੁਆਰਾ ਟਰੱਸਟ ਦੇ ਵੱਲੋਂ ਇੱਕ ਬਹੁਤ ਵੱਡੇ ਲੈਵਲ ਦਾ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ, ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੇਸ਼ੈਂਟ ਇੱਕ 1 ਡੇ ਕੈਂਪ ਦੇ ਵਿੱਚ ਦੇਖੇ ਜਾਂਦੇ ਹਨ। ਇਹ ਇੱਕ ਬੜੀ ਰਿਕਾਰਡ ਗੱਲ ਹੈ। ਮੈਂ ਆਪਣੇ ਕੰਨੀ ਸੁਣਿਆ ਹੈ ਡਾਕਟਰ ਸਾਹਿਬਾਨ ਨੂੰ ਗੱਲ ਕਰਦਾ ਕਿ ਇਸ ਪ੍ਰਕਾਰ ਦੇ ਮੈਡੀਕਲ ਕੈਂਪ ਤਾਂ ਲੱਗਦੇ ਰਹਿਣੇ ਚਾਹੀਦੇ ਹਨ। ਜੀ, ਮੈਂ ਭਾਵੁਕ ਹੋ ਰਿਹਾ ਕਿਉਂਕਿ ਮੈਂ ਇਸ ਗੱਲ ਨੂੰ ਬੜੀ ਖੁਸ਼ੀ ਦਾ ਮਹਿਸੂਸ ਕਰਦਾ ਹਾਂ ਕਿ ਇਹ ਜੋ ਸੇਵਾ ਟਰੱਸਟ ਵੱਲੋਂ ਨਿਭਾਈ ਜਾਂਦੀ ਹੈ, ਇਸ ਨੂੰ ਪ੍ਰਵਾਨਿਆ ਗਿਆ ਹੈ ਡਾਕਟਰ ਸਾਹਿਬਾਨ ਵਿੱਚ। ਉਹ ਤਾਂ ਹੋਰਾਂ ਮੈਡੀਕਲ ਕੈਂਪਸ ਵਿੱਚ ਵੀ ਜਾਂਦੇ ਹਨ। ਬੜੇ ਅੱਛੇ ਢੰਗ ਨਾਲ ਵੈਰੀ ਵੈਲ ਔਰਗੇਨਾਈਜ਼ ਮੈਡੀਕਲ ਕੈਂਪ ਹੁੰਦਾ ਹੈ ਔਰ ਜਿਸ ਦੇ ਵਿੱਚ ਲੱਖਾਂ ਰੁਪਏ ਦੀ ਦਵਾਈ ਇੱਕ ਦਿਨ ਦੇ ਕੈਂਪ ਦੇ ਵਿੱਚ ਵੰਡੀ ਜਾਂਦੀ ਹੈ। ਜੀ ਜੀ। ਔਰ ਜਿਹੜੀ ਇਹੀ ਨਹੀਂ ਕਿ ਦਵਾਈ ਦਿੱਤੀ ਜਾਂਦੀ ਹੈ, ਉਹ ਡਾਕਟਰ ਉਹਨਾਂ ਨੂੰ ਚੈੱਕਅਪ ਕਰਕੇ ਦਵਾਈ ਲਿਖ ਦਿੰਦੇ, ਨਹੀਂ। ਇਹਦੇ ਨਾਲ ਨਾਲ ਇਹ ਵੀ ਬੜੀ ਵੱਡੀ ਗੱਲ ਹੈ ਕਿ ਉਸੇ ਦਿਨ ਜੇ ਕੋਈ ਡਾਕਟਰ ਸਾਹਿਬਾਨ ਵੱਲੋਂ ਉਹਨਾਂ ਦੇ ਟੈਸਟ ਦੇ ਬਾਰੇ ਕਿਹਾ ਜਾਂਦਾ ਹੈ ਤਾਂ ਉਹ ਵੀ ਟਰੱਸਟ ਵੱਲੋਂ ਫ੍ਰੀ ਕਰਵਾਇਆ ਜਾਂਦਾ ਹੈ। ਕੋਈ ਕਲੀਨਿਕਲ ਟੈਸਟ ਹੋਵੇ, ਕੋਈ ਲੈਬੋਰਟਰੀ ਦਾ ਟੈਸਟ ਹੋਵੇ, ਉਹ ਕਰਵਾਇਆ ਜਾਂਦਾ ਹੈ। ਜੇਕਰ ਕੋਈ ਐਕਸਰੇ ਦੀ ਲੋੜ ਹੋਵੇ, ਜੇ ਕੋਈ ਅਲਟਰਾਸਾਊਂਡ ਦੀ ਲੋੜ ਹੋਵੇ, MRI ਤੱਕ ਦੀ ਲੋੜ ਹੋਵੇ, ਉਹ ਵੀ ਟਰੱਸਟ ਵੱਲੋਂ ਫ੍ਰੀ ਕਰਵਾ ਕੇ ਉਸ ਪੇਸ਼ੈਂਟ ਨੂੰ ਮੈਡੀਕਲ ਸਹਾਇਤਾ ਦਿੱਤੀ ਜਾਂਦੀ ਹੈ, ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਹ ਇੱਥੋਂ ਤੱਕ ਕਿ ਉਸ ਦਾ ਫਾਲੋਅਪ ਟਰੀਟਮੈਂਟ ਵੀ ਟਰੱਸਟ ਦੇ ਵੱਲੋਂ ਖਰਚਾ ਉਠਾਇਆ ਜਾਂਦਾ ਹੈ। ਵਾਕਿਆ ਹੀ ਸਾਧ ਸੰਗਤ ਜੀ, ਇੱਥੇ ਇੱਕ ਗੱਲ ਸਾਨੂੰ ਸਮਝ ਆਉਂਦੀ ਹੈ, ਕਿਉਂਕਿ ਗੁਰਬਾਣੀ ਕਹਿੰਦੀ ਹੈ ਸੇਵਾ ਕਰਤ ਹੋਏ ਨੇਕਾਮੀ ਤਾਕੋ ਹੋ ਪ੍ਰਾਪਤ ਸੁਆਮੀ। ਉਸ ਪਰਮਾਤਮਾ ਨੂੰ ਜੇਕਰ ਤੁਸੀਂ ਪ੍ਰਾਪਤ ਕਰਨਾ ਹੈ ਤੇ ਉਹ ਸੇਵਾ ਦੇ ਨਾਲ ਹੀ ਕਰ ਸਕਦੇ ਹੋ। ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਤੇ ਸਤਿਗੁਰ ਕੀ ਸੇਵਾ ਗਾਖੜੀ। ਇਹ ਸੇਵਾ ਕੋਈ ਸੌਖਾ ਕੰਮ ਨਹੀਂ, ਬੜੀ ਔਖੀ ਹੈ।
ਜੋ ਸਤਿਗੁਰੂ ਆਪ ਹੀ ਕਿਸੇ ਤੋਂ ਕਰਵਾ ਸਕਦੇ ਆ। ਬੰਦਾ ਤੇ ਕੀ ਕਰ ਸਕਦਾ ਹੈ, ਕਿਉਂਕਿ ਮਾਨਸ ਕਿਆ ਵਿਚਾਰਾ ਰਾਮ, ਅਸੀਂ ਕੁਛ ਨਹੀਂ ਕਰ ਸਕਦੇ। ਸਤਿਗੁਰਾਂ ਨੇ ਇਹ ਸੇਵਾਵਾਂ ਨੇ ਜਿਹੜੀਆਂ ਉਹ ਲੈਣੀਆਂ, ਕਿਉਂਕਿ ਗੁਰੂ ਘਰ ਬਣਾਏ ਹੀ ਇਸੇ ਕਰਕੇ ਗਏ ਆ, ਔਰ ਬੜੇ ਔਖੇ ਕੰਮ ਹੁੰਦੇ ਆ। ਇਹ ਤਾਂ ਅਵਕੜ ਘਾਟੀ ਰਾਮ ਕੀ ਤੇ ਚੜ੍ਹ ਰਹੇ ਹੋ, ਕਬੀਰ ਵਾਲੀ ਗੱਲ ਹੈ। ਅਤੇ ਜਦੋਂ ਤੁਸੀਂ ਇਹ ਗੱਲ ਕਰ ਰਹੇ ਸੀ ਨਾ, ਇਹਦੇ ਵਿੱਚ ਇੱਕ ਤੁਹਾਡੀ ਹੋਰ ਬਹੁਤ ਵੱਡੀ ਸੇਵਾ ਹੈ ਜਿਸ ਦੀ ਗੱਲ ਜੇ ਕਰਨ ਵਾਲੀ ਬਾਕੀ ਹੈ, ਉਹ ਹੈ ਸਾਧ ਸੰਗਤ ਜੀ ਕਿ ਦੇਖੋ, ਬਿਮਾਰੀ ਆਉਣਾ ਮਨੁੱਖ ਦੇ ਵੱਸ ਨਹੀਂ। ਜਿਸ ਨੂੰ ਬਿਮਾਰੀ ਆਉਂਦੀ ਹੈ ਉਹ ਇਕੱਲਾ ਹੀ ਨਹੀਂ, ਉਹਦਾ ਪਰਿਵਾਰ ਵੀ ਸਾਰੇ ਮਿਲ ਕੇ ਚੱਲਦੇ ਹੈ। ਅਤੇ ਉਹਦੇ ਵਾਸਤੇ ਗੁਰੂ ਹਰਿਰਾਏ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖਾਂ ਨੇ ਮੈਡੀਕਲ ਸਹੂਲਤਾਂ ਦੀ ਗੱਲ ਕੀਤੀ, ਇੱਥੋਂ ਤਾਈਂ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਲੋਕਾਂ ਦੁਖੀਆਂ ਬਿਮਾਰਾਂ ਦੇ ਇਲਾਜ ਕਰਦਿਆਂ ਹੋਇਆਂ ਆਪਣੇ ਪ੍ਰਾਣ ਤੱਕ ਉਹਨਾਂ ਨੇ ਤਿਆਗੇ ਸੀ। ਮਤਲਬ ਕਿ ਇੰਨੀ ਵੱਡੀ ਸੇਵਾ ਸੀ। ਉਹ ਸੇਵਾ ਹੈ ਜਿਹੜੀ ਸਤਿਗੁਰੂ ਆਪਣੇ ਇਹਨਾਂ ਸੇਵਕਾਂ ਤੋਂ ਵੀ ਨਿਰੰਤਰ ਲੈ ਰਹੇ ਆ। ਅਤੇ ਉਹ ਸੇਵਾ 'ਚ ਇੱਕ ਏਮਸ ਦੇ ਵਿੱਚ ਤੁਸੀਂ ਜੋ ਸੇਵਾਵਾਂ ਨਿਭਾ ਰਹੇ ਹੋ ਜਾ ਕੇ, ਜਿਸ ਦਾ ਅੱਜ ਜ਼ਰੂਰਤ ਵੀ ਹੈ, ਔਰ ਜਿਸ ਸੇਵਾ ਦੀ ਉੱਤਰਾਖੰਡ ਸਰਕਾਰ ਵੱਲੋਂ ਵੀ ਪ੍ਰਸ਼ੰਸਾ ਕੀਤੀ ਗਈ, ਔਰ ਕਾਫੀ ਜ਼ਿਆਦਾ ਉਸ ਸੇਵਾ ਨੂੰ ਹਰ ਜਗ੍ਹਾ 'ਤੇ ਲੋਕਾਂ ਵੱਲੋਂ ਜਿਹੜਾ ਐਪਰੀਸ਼ੀਏਟ ਕੀਤਾ ਜਾਂਦਾ ਹੈ, ਉਸ ਸੇਵਾ ਦੇ ਬਾਰੇ ਵੀ ਤੁਸੀਂ ਸੰਗਤਾਂ ਦੇ ਨਾਲ ਜ਼ਰੂਰ ਸਾਂਝ ਪਾਓ ਜੀ। ਸਾਧ ਸੰਗਤ ਜੀ, ਇਹ ਮਾਣ ਹਾਸਲ ਹੋਇਆ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਨੂੰ ਕਿ ਰਿਸ਼ੀਕੇਸ਼ ਵਿੱਚ ਏਮਸ ਹਸਪਤਾਲ ਬਣਿਆ ਹੈ। ਬੜੀਆਂ ਮਾਡਰਨ ਫੈਸਿਲਿਟੀਜ਼ ਵਾਲਾ ਹਸਪਤਾਲ ਹੈ। ਲੇਟੈਸਟ ਟੈਕਨੋਲੋਜੀ ਉੱਥੇ ਦੀਆਂ ਮਸ਼ੀਨਾਂ ਦੇ ਵੀ ਉਪਲਬਧ ਹਨ। ਬਹੁਤ ਵੱਡੇ ਲੈਵਲ 'ਤੇ ਇਹ ਹਸਪੀਟਲ ਅਜੇ ਵੀ ਬਣੀ ਜਾ ਰਿਹਾ ਹੈ, ਵੱਧ ਰਿਹਾ ਹੈ। ਲੇਕਿਨ ਉੱਥੇ ਜੋ ਪੇਸ਼ੈਂਟਸ ਆਉਂਦੇ ਹਨ, ਉਹਨਾਂ ਲਈ ਤਾਂ ਭਾਵੇਂ ਅੰਦਰ ਸਾਰੇ ਬੰਦੋਬਸਤ ਹਨ, ਲੇਕਿਨ ਉਹਨਾਂ ਦੀ ਸੇਵਾ ਸੰਭਾਲ ਵਾਸਤੇ ਜਿਹੜੇ ਪਰਿਵਾਰ ਦੇ ਮੈਂਬਰ ਆਉਂਦੇ ਨੇ, ਉਹਨਾਂ ਦੇ ਵਾਸਤੇ ਉੱਥੇ ਕੋਈ ਬੰਦੋਬਸਤ ਨਹੀਂ ਸੀ। ਲੇਕਿਨ ਸਤਿਗੁਰ ਪਾਤਸ਼ਾਹ ਨੇ ਇਹ ਸੇਵਾ ਟਰਸਟ ਪਾਸੋਂ ਲਈ ਕਿ ਉੱਥੇ ਉਹਨਾਂ ਦੇ ਵਾਸਤੇ ਪਹਿਲਾਂ ਤਾਂ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ। ਦਿਨ ਦੇ ਸਮੇਂ ਉਹਨਾਂ ਦੇ ਵਾਸਤੇ ਇੱਥੋਂ ਗੁਰਦੁਆਰਾ ਸਾਹਿਬ ਤੋਂ ਲੰਗਰ ਤਿਆਰ ਹੋ ਕੇ ਜਾਂਦਾ ਸੀ। ਲੇਕਿਨ ਖੁਸ਼ੀ ਦੀ ਗੱਲ ਇਹ ਹੈ ਕਿ ਉੱਥੇ ਵੀ ਇੱਕ ਐਸਾ ਹੀ ਮਾਹੌਲ ਸਿਰਜ ਗਿਆ ਗੁਰੂ ਪਾਤਸ਼ਾਹ ਦੀ ਰਹਿਮਤ ਸਦਕਾ ਕਿ ਉੱਥੇ ਵੀ ਗੁਰੂ ਘਰ ਲੰਗਰ ਦੇ ਵਾਂਗ ਹੀ ਅਦਬ ਪੂਰਵਕ, ਸਤਿਕਾਰ ਪੂਰਵਕ, ਪੂਰੀ ਮਰਿਆਦਾ ਪੂਰਵਕ ਉੱਥੇ ਲੰਗਰ ਸਰਵ ਹੁੰਦਾ ਹੈ। ਜਿੰਨੇ ਵਿਅਕਤੀ ਉੱਥੇ ਲੰਗਰ ਪਾਨ ਕਰਨ ਵਾਸਤੇ ਆਉਂਦੇ ਹਨ, ਸਿਰ ਢੱਕ ਕੇ, ਆਪ ਬਰਤਨ ਉਠਾ ਕੇ ਉਹ ਲਾਈਨ ਵਿੱਚ ਲੱਗ ਕੇ ਸੇਵਾ ਲੰਗਰ ਲੈਂਦੇ ਨੇ, ਬੈਠ ਕੇ ਪੰਗਤ ਦੇ ਵਿੱਚ ਹੀ ਛਕਦੇ ਨੇ। ਉੱਥੇ ਕੋਈ ਧਰਮ ਦਾ ਵਿਤਕਰਾ ਨਹੀਂ, ਉੱਥੇ ਜ਼ਾਤ ਪਾਤ ਦਾ ਵਿਤਕਰਾ ਨਹੀਂ, ਕਿਸੇ ਇਲਾਕੇ ਤੋਂ ਆਇਆ ਹੈ ਕੋਈ, ਸਭ ਗੁਰੂ ਨਾਨਕ ਦੇ ਲੰਗਰ ਦੇ ਵਿੱਚੋਂ ਤ੍ਰਿਪਤ ਹੋ ਕੇ ਜਾਂਦੇ ਨੇ। ਔਰ ਅਗਲੀ ਗੱਲ ਕਿ ਇਹ ਸੇਵਾ ਜੋ ਕੇਵਲ ਦਿਨ ਦੇ ਲੰਗਰ ਦੇ ਨਾਲ ਸ਼ੁਰੂ ਹੋਈ ਸੀ, ਲੋੜ ਨੂੰ ਮਹਿਸੂਸ ਕਰਦਿਆਂ ਹੋਇਆਂ ਟਰਸਟ ਦੇ ਵੱਲੋਂ ਸਵੇਰੇ ਵੀ, ਦੁਪਹਿਰ ਵੀ, ਸ਼ਾਮ ਵੀ ਉੱਥੇ ਦੀ ਲੋੜਾਂ ਦੇ ਮੁਤਾਬਕ ਲੰਗਰ ਦੀ ਸੇਵਾ ਨਿਰੰਤਰ ਚੱਲ ਰਹੀ ਹੈ। ਲੇਕਿਨ ਅੱਜ ਮੈਂ ਇਹ ਦੱਸਣਾ ਵੀ ਯੋਗ ਸਮਝਾਂਗਾ ਕਿ ਜਦੋਂ ਤੋਂ ਕੋਵਿਡ ਦਾ ਸਾਰਾ ਹੋਇਆ ਤਾਂ ਉਦੋਂ ਏਮਸ ਪ੍ਰਸ਼ਾਸਨ ਦੇ ਵੱਲੋਂ ਇਸ ਨੂੰ ਸਥਗਿਤ ਕੀਤਾ ਗਿਆ। ਇਹ ਅਜੇ ਰੁਕੀ ਹੋਈ ਹੈ, ਲੇਕਿਨ ਜਿਵੇਂ ਹੀ ਕਲੀਅਰੈਂਸ ਮਿਲੇਗੀ ਇਹ ਸੇਵਾ ਫਿਰ ਨਿਰੰਤਰ ਚੱਲ ਪਏਗੀ। ਇਹ ਮੈਂ ਸਮਝਦਾ ਹਾਂ ਵੀ ਲੋੜਵੰਦਾਂ ਦੀ ਲੋੜ ਜੋ ਗੁਰੂ ਨਾਨਕ ਦੇ ਦਰ ਤੋਂ ਪੂਰੀ ਹੁੰਦੀ ਹੈ, ਇਹ ਉਹੀ ਮਾਹੌਲ ਉੱਥੇ ਵੀ ਸਿਰਜਿਆ ਜਾ ਚੁੱਕਾ ਹੈ। ਵਾਕਈ ਉੱਥੇ ਵੀ ਜਦੋਂ ਲੰਗਰ ਚੱਲ ਰਿਹਾ ਹੁੰਦਾ ਹੈ ਤਾਂ ਇੱਕ ਸਰਕਾਰੀ ਅਦਾਰੇ ਦੇ ਵਿੱਚ ਇਹ ਹੋਣਾ ਕਿ ਉੱਥੇ ਗੁਰਬਾਣੀ ਦੇ ਕੀਰਤਨ ਦੀ ਰਿਕਾਰਡਿੰਗ ਵੀ ਚੱਲ ਰਹੀ ਹੁੰਦੀ ਹੈ ਜੀ। ਜਦੋਂ ਸੰਗਤਾਂ ਉਹ ਉੱਥੇ ਨਾ ਲੰਗਰ ਹਾਸਲ ਕਰਦੀਆਂ, ਪ੍ਰਾਪਤ ਕਰਦੀਆਂ ਹਨ ਤਾਂ ਵਾਹਿਗੁਰੂ ਨਾਮ ਵੀ ਜਪਦੀਆਂ ਹਨ। ਅਤੇ ਔਰ ਟਰਸਟ ਦੇ ਵਾਸਤੇ ਏਮਸ ਦੇ ਵਿੱਚ ਏਮਸ ਪ੍ਰਸ਼ਾਸਨ ਦੇ ਵੱਲੋਂ ਜਗ੍ਹਾ ਵੀ ਦਿੱਤੀ ਗਈ ਹੈ। ਉੱਥੇ ਸ਼ੈੱਡ ਵੀ ਤਿਆਰ ਕਰਕੇ ਦਿੱਤਾ ਗਿਆ ਹੈ। ਬਰਤਨਾਂ ਦੀ ਸਾਫ਼ ਸਫਾਈ ਦੇ ਵਾਸਤੇ ਜੋ ਬੰਦੋਬਸਤਾਂ ਦੀ ਲੋੜ ਹੈ ਹੁੰਦੀ, ਉਹ ਵੀ ਹੋ ਗਿਆ ਹੈ। ਅਤੇ ਉੱਥੇ ਟਰਸਟ ਦੇ ਵੱਲੋਂ ਇਹ ਬੜੇ ਸ਼ਰਧਾ ਪੂਰਵਕ ਸੇਵਾ ਨਿਭਾਈ ਜਾ ਰਹੀ ਹੈ। ਗੁਰੂ ਅਕਾਲ ਪੁਰਖ ਲੈ ਰਹੇ ਹਨ, ਉਹਨਾਂ ਦਾ ਵੀ ਧੰਨਵਾਦ ਹੈ। ਅਤੇ ਇਹ ਚੱਲ ਰਿਹਾ ਹੈ, ਸੰਗਤਾਂ ਦੀ ਸਹਿਯੋਗ ਸੰਗਤਾਂ ਇਹ ਚੱਲਦਾ ਹੀ ਰਹੇਗਾ। ਗੁਰੂ ਦੀ ਸੇਵਾ ਚੱਲਦੀਆਂ ਰਹਿਣਗੀਆਂ। ਵੀਰ ਜੀ, ਤੁਸੀਂ ਜਿਸ ਤਰ੍ਹਾਂ ਸੇਵਾਵਾਂ ਦੀ ਗੱਲ ਕੀਤੀ, ਕਿਉਂਕਿ ਤੁਸੀਂ ਇੱਕ ਬੜੇ ਰੋਸ਼ਨ ਦਿਮਾਗ ਔਰ ਸਮੁੱਚੀ ਕੌਮ ਦੇ ਭਵਿੱਖ ਦੇ ਬਾਰੇ 'ਚ ਸੋਚਣ ਵਾਲੇ ਹੋ, ਤੁਹਾਡੀ ਇੱਕ ਇੱਛਾ ਰਹਿੰਦੀ ਹੈ। ਕਿਉਂਕਿ ਮੈਂ
ਜਿੰਨੇ ਵੀ ਸਮੇਂ ਤੋਂ ਸਰਦਾਰ ਦਰਸ਼ਨ ਸਿੰਘ ਜੀ ਨਾਲ ਵਿਚਾਰਾਂ ਦੀ ਸਾਂਝ ਕਰਦਾ ਹਾਂ, ਕਰੀਬ ਬਹੁਤ ਲੰਬੇ ਸਮੇਂ ਤੋਂ ਜੇ ਮੈਂ ਕਹਿ ਦੇਵਾਂ ਤੇ ਸੰਨ 2000 ਤੋਂ ਅੱਜ ਤੱਕ 21-22 ਸਾਲਾਂ ਤੋਂ ਮੈਂ ਜਦੋਂ ਵੀ ਇੱਥੇ ਆਉਂਦਾ, ਮਿਲਦੇ ਹਾਂ, ਵੀਰ ਜੀ ਨਾਲ ਗੱਲਾਂ ਹੁੰਦੀਆਂ, ਇਹ ਸਾਡੀ ਕੌਮ ਦੇ ਭਵਿੱਖ ਬਾਰੇ ਵੀ ਬਹੁਤ ਚਿੰਤਤ ਨੇ, ਕਿਉਂਕਿ ਇਹਨਾਂ ਦੀ ਇੱਕ ਇੱਛਾ ਰਹਿੰਦੀ ਹੈ ਕਿ ਸਾਡੀ ਕੌਮ ਦੇ ਨੌਜਵਾਨ ਬੱਚੇ ਬੱਚੀਆਂ ਉਹ ਗੁਰਮਤ ਦੇ ਨਾਲ ਜੁੜਨ, ਗੁਰੂ ਦਾ ਗਿਆਨ ਵੀ ਹਾਸਲ ਕਰਨ ਅਤੇ ਨਾਲ ਦੀ ਨਾਲ ਉਹ ਤਰੱਕੀ ਵੀ ਕਰਨ, ਜ਼ਿੰਦਗੀ 'ਚ ਅੱਗੇ ਵਧਣ, ਉਹ ਬੇਰੁਜ਼ਗਾਰ ਨਾ ਰਹਿਣ, ਉਹ ਸਟ੍ਰੈਸ 'ਚ ਨਾ ਜਾਣ, ਉਹ ਡਿਪਰੈਸ਼ਨ 'ਚ ਨਾ ਜਾਣ, ਕਿਉਂਕਿ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜੋ ਗੁਰੂ ਤੋਂ ਦੂਰ ਹੋ ਗਿਆ ਉਹਨੂੰ ਸਾਰੀਆਂ ਹੀ ਮੁਸ਼ਕਲਾਂ ਆ ਜਾਂਦੀਆਂ, ਜੋ ਗੁਰੂ ਦੇ ਨਾਲ ਜੁੜ ਜਾਂਦਾ ਹੈ ਉਹ ਅੱਗੇ ਵੱਧਦਾ ਹੈ। ਨੌਜਵਾਨਾਂ ਦੇ ਵਾਸਤੇ ਇਹਨਾਂ ਦਾ ਬਹੁਤ ਵੱਡਾ ਕੰਸਰਨ ਹੈ ਕਿ ਸਾਡੀ ਕੌਮ ਦਾ ਭਵਿੱਖ ਹਮੇਸ਼ਾ ਰੋਸ਼ਨ ਹੋਵੇ। ਅਤੇ ਤੁਸੀਂ ਚਲਦਿਆਂ ਆਪਣੀ ਕੌਮ ਦੇ ਖਾਸ ਕਰਕੇ ਨੌਜਵਾਨ ਬੱਚੇ ਬੱਚੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਉਹੀ ਸਾਡਾ ਅਸਲ ਸਰਮਾਇਆ ਸਾਡੀ ਆਉਣ ਵਾਲੀ ਪੀੜ੍ਹੀ ਹੈ। ਇਹ ਗੁਰੂ ਘਰ ਵੀ ਆਉਣ ਵਾਲੇ ਸਮੇਂ 'ਚ ਉਹਨਾਂ ਨੇ ਸੰਭਾਲਣੇ ਹੈ, ਔਰ ਇਸ ਦੇ ਨਾਲ ਨਾਲ ਗੁਰੂ ਨਾਨਕ ਦਾ ਅਕਸ, ਗੁਰੂ ਗੋਬਿੰਦ ਸਿੰਘ ਦਾ ਅਕਸ ਉਹਨਾਂ ਦੇ ਵਿੱਚੋਂ ਹੀ ਨਜ਼ਰ ਆਉਣਾ ਚਾਹੀਦਾ ਹੈ। ਇਸ ਲਈ ਤੁਸੀਂ ਜਾਂਦਿਆਂ ਸਾਡੀ ਨੌਜਵਾਨ ਬੱਚੇ ਬੱਚੀਆਂ ਜੋ ਪਿੰਡਾਂ 'ਚ ਰਹਿੰਦੇ ਆ, ਕਿਉਂਕਿ ਇਹ ਗੱਲ ਮੈਂ ਤਾਂ ਕਰ ਰਿਹਾ ਹਾਂ, ਬਹੁਤ ਸਾਰੇ ਨੌਜਵਾਨ ਬੱਚੇ ਬੱਚੀਆਂ ਇੱਧਰ ਜਦੋਂ ਆਉਂਦੇ ਵੀ ਹੈ ਅਤੇ ਕਈ ਵਾਰ ਉਹਨਾਂ ਦੇ ਚਿਹਰੇ ਤੋਂ ਗੁਰੂ ਦੀ ਸਿੱਖੀ ਸਾਨੂੰ ਗਾਇਬ ਦਿਸਦੀ ਹੈ। ਉਹਨਾਂ ਦੀ ਸੋਚ ਦੇ ਵਿੱਚ ਵੀ ਕਈ ਵਾਰ ਗੁਰੂ ਦਰਸ਼ਨਾਂ ਤੋਂ ਜ਼ਿਆਦਾ ਪਹਾੜਾਂ ਦੀ ਸੈਰ ਹੀ ਹੁੰਦੀ ਹੈ, ਗੁਰਮਤ ਤੋਂ ਕੋਰੇ ਹੁੰਦੇ ਹੈ। ਇਸ ਤਰ੍ਹਾਂ ਦੀਆਂ ਇੱਥੇ ਤੁਹਾਨੂੰ ਸ਼ਾਇਦ 2-4 ਵੀ ਰੋਜ਼ ਇਸ ਤਰ੍ਹਾਂ ਦੀਆਂ ਸਿਚੁਏਸ਼ਨ ਨਾਲ ਹੋਣਾ ਪੈਂਦਾ ਹੋਵੇਗਾ, ਅਤੇ ਇਹ ਨੌਜਵਾਨ ਵੀਰਾਂ ਭੈਣਾਂ ਬੱਚੇ ਬੱਚੀਆਂ ਨੂੰ ਤੁਸੀਂ ਜਾਂਦਿਆਂ ਕੀ ਸੰਦੇਸ਼ ਦੇਣਾ ਚਾਹੋਗੇ? ਪਹਿਲਾਂ ਤਾਂ ਮੈਂ ਇਹ ਬੇਨਤੀ ਕਰਾਂਗਾ ਕਿ ਨੌਜਵਾਨ ਪੀੜ੍ਹੀ ਜੋ ਅੱਗੇ ਆ ਰਹੀ ਹੈ, ਜੋ ਬੱਚੇ ਛੋਟੀ ਅਵਸਥਾ ਵਿੱਚ ਹਨ ਹਾਲੇ, ਉਹਦੇ ਵਾਸਤੇ ਮਾਂ-ਬਾਪ ਦਾ ਵੀ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਗੁਰਮਤ ਦਾ ਰਾਹ ਅਤੇ ਆਪ ਦੇ ਪਾਂਧੀ ਆਪ ਬਣਾਉਣ ਦਾ ਯਤਨ ਕਰਨ। ਮਾਂ-ਬਾਪ ਦਾ ਵੱਡਾ ਰੋਲ ਹੈ, ਉਸ ਤੋਂ ਬਾਅਦ ਵਿੱਚ ਫਿਰ ਅਧਿਆਪਕ ਗਣਾਂ ਦਾ ਵੀ ਰੋਲ ਆ ਜਾਂਦਾ ਹੈ। ਠੀਕ ਹੈ, ਬਹੁਤ ਸਮੇਂ ਤੋਂ ਸਾਡੀਆਂ ਜਿਹੜੀਆਂ ਇਹ ਪੀੜ੍ਹੀਆਂ ਹਨ ਇਹ ਗੁਰਮਤ ਵਾਲੇ ਰਸਤੇ ਤੋਂ ਭਟਕ ਗਈਆਂ ਹਨ। ਮੈਂ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੋਇਆ ਆਪਣੇ ਅਜ਼ੀਜ਼ ਬੱਚਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਅਸੀਂ ਜੋ ਜੀਵਨ ਚੰਗੇ ਢੰਗ ਦਾ ਗੁਰਮਤ ਦੇ ਲੜ ਲੱਗ ਕੇ ਕਰ ਸਕਦੇ ਹਾਂ ਬਸਰ, ਉਹ ਜੇ ਅਸੀਂ ਦੁਨਿਆਵੀ ਸ਼ੌਕ ਨੂੰ ਪੂਰਦਿਆਂ ਹੋਇਆਂ ਕਰਨਾ ਚਾਹੀਏ ਤਾਂ ਨਹੀਂ ਕਰ ਸਕਾਂਗੇ। ਗੁਰਮਤ ਦੇ ਲੜ ਲੱਗਣਾ ਬੜਾ ਜ਼ਰੂਰੀ ਹੈ। ਇੱਕ ਦੂਸਰੇ ਘੱਟੋ ਘੱਟ ਜਦੋਂ ਅਸੀਂ ਕਿਸੇ ਧਾਰਮਿਕ ਯਾਤਰਾ 'ਤੇ ਆਏ ਹਾਂ ਉਦੋਂ ਤਾਂ ਅਸੀਂ ਇਸ ਤਰ੍ਹਾਂ ਦੀ ਭਾਵਨਾ ਮਨ ਵਿੱਚ ਪੈਦਾ ਕਰ ਲਈਏ ਅਸੀਂ ਗੁਰੂ ਸਥਾਨ ਦੇ ਦਰਸ਼ਨਾਂ ਵਾਸਤੇ ਜਾ ਰਹੇ ਹਾਂ, ਐਸੇ ਪਾਵਨ ਸਥਾਨ 'ਤੇ ਜਿੱਥੋਂ ਸਾਨੂੰ ਸਿੱਖੀ ਦੀ ਸੇਧ ਮਿਲਦੀ ਹੈ, ਉੱਥੋਂ ਅਸੀਂ ਕੁਛ ਹਾਸਲ ਕਰਕੇ ਮੁੜੀਏ, ਇਹ ਐਸੀ ਭਾਵਨਾ ਵੀ ਲੈ ਕੇ ਆਈਏ। ਔਰ ਇਹਦੇ ਵਾਸਤੇ ਸਾਡਾ ਵਿਵਹਾਰ ਜੋ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਕੇ ਸੇਵਾਦਾਰਾਂ ਦੇ ਨਾਲ ਹੈ। ਅਸੀਂ ਦੂਸਰੇ ਰਾਜਾਂ ਤੋਂ ਚੱਲ ਕੇ ਆਏ ਹਾਂ, ਇਸ ਰਾਜ ਵਿੱਚ ਆ ਕੇ ਇੱਥੋਂ ਦੇ ਵਸਿੰਦਿਆਂ ਦੇ ਪ੍ਰਤੀ ਹੈ। ਜੋ ਅਸੀਂ ਇੱਥੇ ਦੇ ਦੁਕਾਨਦਾਰਾਂ ਦੇ ਨਾਲ ਹੋਰ ਕੋਈ ਸੇਵਾਵਾਂ ਪ੍ਰਦਾਨ ਕਰਨ ਵਾਲੇ ਵਿਅਕਤੀਆਂ ਦੇ ਨਾਲ, ਜਿਵੇਂ ਟਰਾਂਸਪੋਰਟ ਵਾਲੇ ਹੋ ਗਏ, ਕਿਸੇ ਹੋਟਲ ਵਿੱਚ ਢਾਬੇ ਵਿੱਚ ਬੈਠ ਕੇ ਅਸੀਂ ਪ੍ਰਸ਼ਾਦਾ ਛਕ ਰਹੇ ਹਾਂ, ਉੱਥੇ ਉਹਨਾਂ ਦੇ ਨਾਲ ਹੋ ਗਿਆ, ਪ੍ਰਸ਼ਾਸਨ ਦੇ ਨਾਲ ਹੋ ਗਿਆ। ਜੇ ਕੋਈ ਪੁਲਿਸਮੈਨ ਰੋਕ ਕੇ ਸਾਨੂੰ ਕਹਿੰਦਾ ਹੈ ਕਿ ਭਾਈ ਵੀਰ ਤੂੰ ਸਿਰ 'ਤੇ ਦਸਤਾਰ ਨਹੀਂ ਸਜਾਈ, ਹੈਲਮਟ ਵੀ ਨਹੀਂ ਪਾਇਆ, ਤਾਂ ਸੁਣ ਲੈਣੀ ਚਾਹੀਦੀ ਹੈ, ਮੰਨ ਲੈਣੀ ਚਾਹੀਦੀ ਹੈ। ਅੱਛਾ, ਇਸ ਤੋਂ ਬਿਨਾਂ ਹਾਲਾਂਕਿ ਉੱਤਰਾਖੰਡ ਸਰਕਾਰ ਦੇ ਹਰ ਪੱਖ ਦੇ ਉੱਤੇ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਵੱਲੋਂ ਕੀਤੇ ਜਾਂਦੇ ਪ੍ਰਬੰਧਾਂ ਦੀ ਵੀ ਸਰਾਹਨਾ ਹੁੰਦੀ ਹੈ ਅਤੇ ਹੇਮਕੁੰਟ ਯਾਤਰਾ 'ਤੇ ਆਏ ਯਾਤਰੀਆਂ ਦੀ ਵੀ ਸਰਾਹਨਾ ਹੁੰਦੀ ਹੈ। ਲੇਕਿਨ ਇੱਕ ਗੱਲੋਂ ਉਹਨਾਂ ਦੇ ਵੱਲੋਂ ਸ਼ਿਕਵਾ ਹਰ ਸਾਲ ਮਿਲਦਾ ਹੈ ਕਿ ਮੋਟਰਸਾਈਕਲ 'ਤੇ ਆਉਣ ਵਾਲੇ ਜਿਹੜੇ ਨੌਜਵਾਨ ਹਨ ਉਹਨਾਂ ਨੂੰ ਬੰਦ ਕਰੋ। ਬੰਦ ਕਰਨਾ ਸਾਡੇ ਵੱਸ ਦੀ ਗੱਲ ਨਹੀਂ ਹੈ, ਲੇਕਿਨ ਚੰਗੇ ਢੰਗ ਨਾਲ ਸਲੀਕੇ ਦੇ ਨਾਲ ਆਉਣਾ ਤਾਂ ਸਾਡੇ ਵੱਸ ਵਿੱਚ ਹੈਗਾ ਨਾ, ਇਹ ਤਾਂ ਕਰ ਹੀ ਰਹਿਣਾ ਚਾਹੀਦਾ ਹੈਗਾ। ਮੈਂ ਉਹਨਾਂ ਵੀਰਾਂ ਨੂੰ ਖਾਸ ਕਰ ਇਹ ਬੇਨਤੀ ਕਰਾਂਗਾ, ਆਉਂਦੇ ਹੋਏ ਪਹਿਲਾਂ ਤਾਂ ਆਵਾਜਾਈ ਨਿਯਮਾਂ ਦੀ ਪਾਲਣਾ ਕਰਨਾ ਅਸੀਂ ਆਪਣਾ ਪਰਮ ਕਰਤੱਵ ਸਮਝੀਏ, ਫਿਰ ਠੀਕ ਪਹਿਰਾਵਾ ਪਹਿਨ ਕੇ ਆਈਏ,
ਸਿਰ ਦੇ ਉੱਤੇ ਦਸਤਾਰ ਸਜਾ ਕੇ ਆਈਏ ਔਰ ਅਸੀਂ ਕੋਈ ਝੁੰਡ ਬਣਾ ਕੇ ਨਾ ਚੱਲੀਏ, ਇੱਥੇ ਆ ਕੇ ਕੋਈ ਵਾਹ ਵੇਲਾ ਨਾ ਖੜਾ ਕਰੀਏ, ਸਭਨਾਂ ਦੇ ਨਾਲ ਨਿਮਰਤਾ ਵਾਲਾ ਪਿਆਰ ਵਾਲਾ ਸਲੀਕਾ ਵਰਤੀਏ ਔਰ ਇੱਥੇ ਆ ਕੇ ਇੱਕ ਚੰਗਾ ਪ੍ਰਭਾਵ ਛੱਡ ਕੇ ਜਾਈਏ ਕਿ ਸਿੱਖ ਕੌਮ ਦੇ ਗੱਭਰੂ ਆਏ ਸੀ, ਲਓ ਜੀ ਕਿੰਨਾ ਅੱਛਾ ਉਹਨਾਂ ਦਾ ਵਿਵਹਾਰ ਸੀ। ਹਾਂ, ਨਾ ਕਿ ਇੱਥੇ ਕੋਈ ਇਸ ਤਰ੍ਹਾਂ ਦੀ ਐਸੀ ਘਟਨਾ ਹੋ ਵਾਪਰੇ ਜਿਹਦੇ ਵਿੱਚ ਕਰਕੇ ਸਿੱਖੀ ਕੌਮ ਵੀ ਬਦਨਾਮ ਹੋਵੇ ਤੇ ਇਹ ਨੌਜਵਾਨਾਂ ਦਾ ਨਾਮ ਵੀ ਬਦਨਾਮ ਹੋਵੇ। ਇੱਕ ਗੱਲ। ਦੂਸਰੇ, ਫਿਰ ਮੈਂ ਇਹ ਦੁਹਰਾਉਣਾ ਚਾਹਾਂਗਾ ਕਿ ਇਹ ਸਾਡਾ ਉੱਪਰਲੀ ਪੀੜ੍ਹੀ ਵਾਲਿਆਂ ਦਾ ਇਹ ਫਰਜ਼ ਬਣਦਾ ਹੈ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਹਨ ਉਹਨਾਂ ਨੂੰ ਅਸੀਂ ਗੁਰਮਤਿ ਦੇ ਰਸਤੇ 'ਤੇ ਚਲਾਈਏ, ਗੁਰੂ ਘਰ ਦੇ ਪ੍ਰੇਮੀ ਬਣਾਈਏ, ਸਾਫ਼ ਸੂਰਤ ਰੱਖੀਏ, ਉਹਨਾਂ ਦਾ ਪਹਿਰਾਵਾ ਵੀ ਜੋ ਸਾਡੇ ਸਮਾਜਿਕ ਤੌਰ 'ਤੇ ਧਾਰਮਿਕ ਸਥਾਨ ਦੇ ਲੋੜ ਦੇ ਮੁਤਾਬਕ ਹੋਵੇ ਉਹ ਪਹਿਨਾਈਏ ਉਹਨਾਂ ਨੂੰ ਜੀ ਔਰ ਸਿੱਖੀ ਨਾਲ ਜੁੜ ਕੇ ਰਹੀਏ। ਇਹ ਸੀ ਜੀ ਤੁਹਾਡੇ ਨਾਲ ਇੱਕ ਪਿਆਰ ਭਰੀ ਸਾਂਝ ਸਰਦਾਰ ਦਰਸ਼ਨ ਸਿੰਘ ਜੀ, ਮੈਨੇਜਰ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਸ੍ਰੀ ਰਿਸ਼ੀਕੇਸ਼ ਵਾਲਿਆਂ ਦੀ, ਕਿਉਂਕਿ ਵੀਰ ਜੀ ਉਹਨਾਂ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਗੁਰੂ ਘਰ ਦੇ ਸੁਚੱਜੇ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ, ਨਾਲ ਹੀ ਇੱਕ ਪ੍ਰੇਮ ਭਰੀ ਗੁਰਮਤ ਦੇ ਨਾਲ ਬੱਚਿਆਂ ਨੂੰ ਜੋੜਨ ਦੀ, ਗੁਰਮਤ ਸੋਚ ਨੂੰ ਡਿਵੈਲਪ ਕਰਨ ਦੀ ਸਾਨੂੰ ਜਿਹੜੀ ਹੈ ਉਹ ਸਿੱਖਿਆ ਵੀ ਦਿੱਤੀ। ਆਸ ਕਰਦੇ ਹਾਂ ਕਿ ਆਪ ਸਾਧ ਸੰਗਤ ਜੀ ਇਹਨਾਂ ਚੀਜ਼ਾਂ ਤੋਂ ਜ਼ਰੂਰ ਲਾਭ ਪ੍ਰਾਪਤ ਕਰੋਗੇ। ਵੀਰ ਜੀ, ਆਪ ਜੀ ਨੇ ਹੋਪ ਗਲੋਬਲ ਟੀਵੀ ਦੇ ਦਰਸ਼ਕਾਂ ਦੇ ਨਾਲ ਆਪਣੇ ਸਾਂਝ ਪਾਈ। ਆਸ ਕਰਦੇ ਹਾਂ ਇਸੇ ਤਰ੍ਹਾਂ ਹੀ ਤੁਸੀਂ ਸਾਡੇ ਚੈਨਲ ਦੇ ਨਾਲ ਆਪਣੀ ਸਾਂਝ ਹੈ ਜਿਹੜੀ ਉਹ ਨਿਰੰਤਰ ਜਾਰੀ ਰੱਖੋਗੇ। ਅਤੇ ਅੰਤ ਨੂੰ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਮੈਂ ਆਪ ਜੀ ਨੂੰ ਵੀ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਦਿੰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।